कॉल मैसेज और व्हाट्सएप को नंबर जयपर की आप अपनी जीवन रंतरे बात अच्छी बुरी सुख दुख खबर सब कुछ ਆਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਰੇਡੀਓ ਖੁਸ਼ੀ 90.4 FM ਤੇ ਤੁਹਾਡਾ ਸਵਾਗਤ। ਦੋਸਤੋ ਮੈਂ ਹਾਂ ਤੁਹਾਡਾ ਡਿਵਾਈਨ ਤੇ ਦਿਲਦਾਰ ਆਰਜੇ ਗੁਰਵੇਲ ਸਿੰਘ ਤੇ ਜਿਸ ਤਰ੍ਹਾਂ ਅਸੀਂ ਰੇਡੀਓ ਤੇ ਉਹਨਾਂ ਵੀਰਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਹੜੇ ਵੀਰ ਪੰਜਾਬੀ ਮਾਂ ਦੀ ਸੇਵਾ ਵਿੱਚ ਲੱਗੇ ਹੋਏ ਆ। ਪੰਜਾਬੀ ਮਾਂ ਬੋਲੀ ਦੇ ਇੱਕ ਐਸੇ ਹੀ ਸਪੁੱਤਰ ਉਸ ਦੇ ਸੇਵਕ ਅੱਜ ਨੇ ਮੇਰੇ ਨਾਲ ਸਰਦਾਰ ਪਰਵਿੰਦਰ ਸਿੰਘ ਜੀ ਹੈਰ CBD ਬੇਲਾਪੁਰ ਨਵੀਂ ਦਿੱਲੀ ਤੋਂ। ਔਰ ਅੱਜ ਅਸੀਂ ਉਹਨਾਂ ਦੀਆਂ ਹੀ ਸੁਣਨੀਆਂ ਕਵਿਤਾਵਾਂ ਅਤੇ ਉਹਨਾਂ ਦੇ ਨਾਲ ਹੀ ਅਸੀਂ ਕਰਨੀਆਂ ਨੇ ਵਿਚਾਰਾਂ ਦੀ ਸਾਂਝ। ਔਰ ਸਭ ਤੋਂ ਪਹਿਲੇ ਅਸੀਂ ਕਰਦੇ ਹਾਂ ਫਤਿਹ ਦੀ ਸਾਂਝ ਸਰਦਾਰ ਪਰਮਿੰਦਰ ਸਿੰਘ ਜੀ ਹੇਅਰ ਸਾਹਿਬ ਦੇ ਨਾਲ। ਵੀਰ ਪਰਮਿੰਦਰ ਸਿੰਘ ਜੀ ਰੇਡੀਓ ਖੁਸ਼ੀ 'ਤੇ ਤੁਹਾਡਾ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਵੇਲੇ ਵੀਰ ਜੀ ਤੁਹਾਨੂੰ ਰੇਡੀਓ ਖੁਸ਼ੀ 'ਤੇ ਸਾਰੇ ਸੁਣ ਰਹੇ ਆ ਜੀ। ਤੇ ਇਸ ਵੇਲੇ ਤੁਹਾਨੂੰ ਤੁਹਾਡੀ ਆਵਾਜ਼ ਬਹੁਤ ਕਰੈਕ ਹੋ ਰਹੀ ਜੀ। ਕੋਈ ਨਹੀਂ ਕੋਸ਼ਿਸ਼ ਕਰਦੇ ਇਸ ਤੋਂ ਬਾਅਦ ਬਦਲ ਲਵਾਂਗੇ। ਹੈਲੋ ਤੇ ਤੁਹਾਡੀ ਆਵਾਜ਼ ਬਹੁਤ ਹੋ ਰਹੀ ਹੈ ਦੇਖਿਓ ਜਰਾ। ਅੱਛਾ ਕੋਈ ਨਹੀਂ ਚਲੋ ਹੁਣ ਆਪਾਂ ਇਸ ਨੂੰ ਨਾ ਨਿਰੰਤਰ ਜਾਰੀ ਰੱਖਦੇ ਹਾਂ। ਸਾਡੀ ਕੋਸ਼ਿਸ਼ ਇਹ ਹੈ ਕਿ ਇਹ ਜਲਦੀ ਠੀਕ ਹੋ ਜਾਵੇਗੀ। ਤੇ ਤੁਸੀਂ ਵਿਚਾਰਾਂ ਦੀ ਸਾਂਝ ਹੈ ਜਿਹੜੀ ਅੱਜ ਤੁਹਾਡੇ ਨਾਲ ਸਾਡੀ ਰਹਿਣੀ ਹੈ ਕਿ ਕਿਸ ਤਰ੍ਹਾਂ ਜਿਹੜਾ ਹੈ ਉਹ ਤੁਸੀਂ ਕਵਿਤਾਵਾਂ ਦੇ ਨਾਲ ਜੁੜੇ। ਸਭ ਤੋਂ ਪਹਿਲੇ ਤੇ ਆਪਣੇ ਬਾਰੇ 'ਚ ਥੋੜਾ ਸੰਗਤਾਂ ਨੂੰ ਦੱਸੋ ਜੀ। ਹੈਲੋ ਸਭ ਤੋਂ ਪਹਿਲਾਂ ਮੈਂ ਹੈਲੋ ਹਾਂਜੀ ਭਾਜੀ ਹੈਲੋ ਹਾਂਜੀ ਤੁਸੀਂ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਗੁਰਵੇਲ ਸਿੰਘ ਜੀ ਵੀਰ ਜੀ ਜੋ ਕਿ ਬਹੁਤ ਹੀ ਚੰਗੇ ਇੱਕ ਮੋਟੀਵੇਟਰ ਨੇ, ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਸਮਝਦੇ ਨੇ, ਪੰਜਾਬੀ ਅਤੇ ਪੰਜਾਬੀ ਦੇ ਸੇਵਾ ਵਿੱਚ ਮਸ਼ਰੂਫ ਨੇ। ਮੇਰੇ ਵੱਲੋਂ ਭਾਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਤੇ ਬਹੁਤ ਖੁਸ਼ੀ। ਇਸ ਦੇ ਨਾਲ ਹੀ ਆਪ ਦਾ ਮੈਂ ਰੋਮ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਰੇਡੀਓ ਖੁਸ਼ੀ ਦੇ ਸਰੋਤਿਆਂ ਨਾਲ ਮੈਨੂੰ ਜੁੜਨ ਦਾ ਮੌਕਾ ਦਿੱਤਾ ਹੈ। ਆਪ ਦਾ ਬਹੁਤ ਬਹੁਤ ਧੰਨਵਾਦ। ਔਰ ਇਸ ਦੇ ਨਾਲ ਹੀ ਰੇਡੀਓ ਖੁਸ਼ੀ ਦੇ ਸਾਰੇ ਹੀ ਸਰੋਤਿਆਂ ਨੂੰ ਦਾਸ ਪਰਵਿੰਦਰ ਸਿੰਘ ਹੇਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮਿਹਰਬਾਨੀ ਜੀ। ਤੇ ਹੁਣ ਵੀਰ ਜੀ ਆਪਾਂ ਗੱਲਾਂ ਸ਼ੁਰੂ ਕਰਦੇ ਹਾਂ ਤੁਹਾਡੇ ਜੀਵਨ ਦੀਆਂ, ਤੁਹਾਡੀ ਕਾਵ ਕਲਾ ਦੀਆਂ। ਤੇ ਸਭ ਤੋਂ ਪਹਿਲਾਂ ਤੇ ਇਹ ਹੋਏਗਾ ਕਿ ਤੁਸੀਂ ਕਿੱਥੇ ਪਲੇ ਪੜ੍ਹੇ ਵੱਡੇ ਹੋਏ, ਮੁੰਬਈ ਵਿੱਚ ਹੀ ਜਾਂ ਪੰਜਾਬ ਵਿੱਚ, ਤੇ ਕਿਸ ਤਰ੍ਹਾਂ ਕਵਿਤਾਵਾਂ ਦੇ ਨਾਲ ਜੁੜੇ? ਗੱਲ ਇੱਥੋਂ ਹੀ ਸ਼ੁਰੂ ਕਰੀਏ ਆਪਾਂ। ਵੀਰ ਜੀ ਸਾਡਾ ਪਿਛੋਕੜ ਪੰਜਾਬ ਨੂੰ ਹੀ ਹੈ ਜੀ, ਪਰ ਮੇਰੇ ਜਨਮ ਤੋਂ ਕੋਈ 1 ਸਾਲ ਪਹਿਲਾਂ ਸਾਡੇ ਪਿਤਾ ਜੀ ਪੰਜਾਬ ਤੋਂ ਆਪਣੇ ਜ਼ਮੀਨ ਵੇਚ ਕੇ ਯੂਪੀ ਵਿੱਚ ਆ ਗਏ ਸਨ ਜੀ। ਮੁਜ਼ੱਫਰਨਗਰ ਜ਼ਿਲ੍ਹਾ ਪਿੰਡ ਅਹਿਮਦਵਾਲਾ ਮੁਜ਼ੱਫਰਨਗਰ ਯੂਪੀ ਦੇ ਵਿੱਚ ਮੇਰਾ ਜਨਮ 1963 ਈਸਵੀ ਦੇ ਵਿੱਚ ਹੋਇਆ ਜੀ। ਪਿਤਾ ਸਰਦਾਰ ਮਨਸਾ ਸਿੰਘ, ਮਾਤਾ ਸ਼੍ਰੀਮਤੀ ਅਮਰ ਕੌਰ ਜੀ। ਔਰ ਉੱਥੇ ਮੈਂ ਖੇਡ ਕੇ ਆਪਣਾ ਬਚਪਨ ਗੁਜ਼ਾਰਿਆ। ਅਸੀਂ 3 ਭਰਾ ਔਰ 1 ਭੈਣ ਆ ਜੀ। ਇੱਕ ਵੱਡਾ ਭਰਾ ਹੈ, ਇੱਕ ਛੋਟਾ। ਉਹ ਸਾਰੇ ਹੀ ਮਤਲਬ ਵੱਡੀ ਭੈਣ ਜੀ ਜੋ ਪੰਜਾਬ ਵਿਆਹੇ ਹੋਏ ਨੇ ਜੀ। ਔਰ ਇਸ ਤਰ੍ਹਾਂ ਸਾਡਾ ਇੱਕ ਪਰਿਵਾਰ ਹੈ। ਮੇਰਾ ਬਚਪਨ ਯੂਪੀ ਵਿੱਚ ਹੀ ਬੀਤਿਆ ਵੀ ਸੀ। ਬਿਲਕੁਲ ਬਿਲਕੁਲ। ਤੇ ਇਹ ਯੂਪੀ ਤੋਂ ਫਿਰ ਮੁੰਬਈ ਦਾ ਕਦੋਂ ਕ ਸਟੀਅਰਿੰਗ ਪਕੜਿਆ ਤੇ ਮੁੰਬਈ ਕਦੋਂ ਪਹੁੰਚੇ? ਅਸਲ ਦੇ ਵਿੱਚ ਜੋ ਮੇਰੇ ਪਿਤਾ ਜੀ ਸਨ ਉਹ ਪੰਜਾਬੀ ਨਾਲ ਬਹੁਤ ਪਿਆਰ ਕਰਦੇ ਸਨ ਕਿਉਂਕਿ ਯੂਪੀ ਦੇ ਵਿੱਚ ਪੰਜਾਬੀ ਪੜ੍ਹਨ ਦਾ ਕੋਈ ਵਸੀਲਾ ਨਹੀਂ ਸੀ ਜੀ। ਤਾਂ ਪਿਤਾ ਜੀ ਨੇ ਸੋਚਿਆ ਕਿ ਬੱਚੇ ਨੂੰ ਪੰਜਾਬ ਪੜ੍ਹਾਇਆ ਜਾਵੇ। ਮੇਰੇ ਜੋ ਵੱਡੇ ਭੈਣ ਜੀ ਨੇ ਉਹ ਪੰਜਾਬ ਵਿਆਹੇ ਹੋਏ ਸਨ। ਤਾਂ ਮੈਂ 3ਰੀ ਕਲਾਸ ਤੱਕ ਯੂਪੀ ਪੜ੍ਹਿਆ। ਉਸ ਤੋਂ ਬਾਅਦ ਮੈਂ ਫਿਰ ਪੜ੍ਹਨ ਵਾਸਤੇ ਪੰਜਾਬ ਚਲਾ ਗਿਆ ਜੀ। ਬਿਲਕੁਲ ਜੀ। ਮੈਂ 10ਵੀਂ ਦੀ ਜੋ ਬੋਰਡ ਦੀ ਪੜ੍ਹਾਈ ਉਹ ਪੰਜਾਬ ਤੋਂ ਕੀਤੀ ਔਰ ਉਸ ਤੋਂ ਬਾਅਦ ਮੈਂ 11ਵੀਂ 12ਵੀਂ ਦਾ ਜੋ ਪੜ੍ਹਾਈ ਹੈ ਫਿਰ ਆ ਕੇ ਯੂਪੀ ਆਪਣੇ ਪਿੰਡ ਕੀਤੀ ਕਿਉਂਕਿ ਪੰਜਾਬੀ ਜਿਹੜੀ ਮੇਰਾ ਮਿਸ਼ਨ ਸੀ ਪਿਤਾ ਜੀ ਦਾ ਪੰਜਾਬੀ ਸਿੱਖਣ ਦਾ ਉਹ ਮੇਰਾ ਬਹੁਤ ਚੰਗੀ ਤਰ੍ਹਾਂ ਪੂਰਾ ਹੋ ਗਿਆ ਸੀ। 11ਵੀਂ 12ਵੀਂ ਦੀ ਪੜ੍ਹਾਈ ਮੈਂ ਹਾਲਾਂਕਿ ਪੜ੍ਹਾਈ ਵਿੱਚ ਬਹੁਤ ਲਾਇਕ ਸਾਂ ਔਰ ਹਮੇਸ਼ਾ ਹੀ ਮੈਨੂੰ ਦੱਸਦਿਆਂ ਖੁਸ਼ੀ ਹੋਵੇ ਕਿ ਮੈਂ ਹਰ ਕਲਾਸ ਦੇ ਵਿੱਚ ਫਸਟ ਆਉਂਦਾ ਰਿਹਾ ਔਰ 10ਵੀਂ ਦੇ ਵਿੱਚ ਮੈਂ ਆਪਣਾ ਪੂਰਾ ਸੈਂਟਰ ਟੌਪ ਕੀਤਾ ਸੀਗਾ। ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ ਜੀ। ਔਰ 12ਵੀਂ ਤੋਂ ਬਾਅਦ ਹਾਲਾਤ ਕੁਝ ਘਰ ਦੇ ਐਸੇ ਬਣ ਗਏ ਕਿ ਮੈਨੂੰ ਪੜ੍ਹਾਈ ਛੱਡਣੀ ਪਈ ਜੀ। ਮੈਂ ਉਸ ਸਮਾਂ ਘਰ ਦਾ ਕੰਮ ਕੀਤਾ
ਫਿਰ ਪਿਤਾ ਜੀ ਦਾ ਜੋ ਟਰੱਕਾਂ ਦਾ ਕਾਰੋਬਾਰ ਸੀ ਉਹ ਬੰਬੇ ਦੇ ਵਿੱਚ ਸੀ। ਹਾਂਜੀ। ਤਾਂ ਮੈਨੂੰ ਇੱਥੇ ਬੰਬੇ ਆਉਣਾ ਪਿਆ। ਫਿਰ ਮੇਰੇ ਜੋ ਵੱਡੇ ਭਰਾ ਨੇ ਉਹ ਯੂਪੀ ਸਨ ਜੀ, ਛੋਟਾ ਭਰਾ ਸੀ ਚੰਡੀਗੜ੍ਹ, ਤੇ ਮੈਂ ਆ ਕੇ ਬੰਬੇ ਆਪਣਾ ਸ਼ੁਰੂ ਕੀਤਾ, ਡਰਾਈਵਰੀ ਸਿੱਖੀ। ਉਸ ਤੋਂ ਬਾਅਦ ਮੈਂ ਕਾਫੀ ਟਰੱਕ ਲਾਈਨ ਦੇ ਵਿੱਚ ਰਿਹਾ ਜੀ, ਔਰ ਉੱਥੇ ਫਿਰ ਇੱਕ ਰੁਜ਼ਗਾਰ ਵਜੋਂ ਮੈਂ ਇਹ ਟਰੱਕ ਲਾਈਨ ਨੂੰ ਅਪਣਾ ਲਿਆ। ਬਿਲਕੁਲ ਜੀ, ਬਿਲਕੁਲ। ਤੁਸੀਂ ਇਸ ਤਰ੍ਹਾਂ ਤੇ ਫਿਰ ਇਹ ਕਵਿਤਾਵਾਂ ਵੱਲ ਕਿਸ ਤਰ੍ਹਾਂ ਤੁਹਾਡਾ ਰੁਝਾਨ ਵਧਿਆ ਔਰ ਕਦੋਂ ਤੋਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਔਰ ਇਹ ਜਰਨੀ ਕਿਵੇਂ ਦੀ ਰਹੀ ਕਵਿਤਾ? ਉਹਦਾ ਵੀ ਇੱਕ ਬੜੀ ਦਿਲਚਸਪ ਜੀ ਕਹਾਣੀ ਹੈ। ਜੀ। ਅਸਲ ਦੇ ਵਿੱਚ ਮੈਂ ਜਦੋਂ ਪੰਜਾਬ ਪੜ੍ਹਦਾ ਹੁੰਦਾ ਸਾਂ, ਮੇਰਾ ਉਦੋਂ ਤੋਂ ਬਚਪਨ ਤੋਂ ਹੀ ਗਾਇਕੀ ਨਾਲ ਬੜਾ ਸੰਬੰਧ ਸੀ। ਸਕੂਲ ਦੇ ਵਿੱਚ ਮੈਂ ਕਵਿਤਾਵਾਂ ਗਾਉਣੀਆਂ ਔਰ ਸਾਡੇ ਇਲਾਕੇ ਦੇ ਵਿੱਚ ਖਾਸ ਕਰ ਅਸੀਂ ਗੁਰਦਾਸਪੁਰ ਰਿਆੜਕੀ ਨੂੰ ਬਿਲੋਂਗ ਕਰਦੇ ਆ ਜੀ। ਉੱਥੇ ਕਵੀਸ਼ਰੀ ਦੇ ਜੋ ਜਿੰਨੇ ਵੀ ਬੜੇ ਬੜੇ ਵਿਦਵਾਨ ਸਨ ਕਵੀਸ਼ਰੀ ਦੇ ਪੈਦਾ ਹੋਏ ਨੇ ਉੱਥੇ ਹੀ, ਜਿਨ੍ਹਾਂ ਵਿੱਚੋਂ ਜੋਗਾ ਸਿੰਘ ਜੋਗੀ ਦਾ ਨਾਮ ਆਪ ਸਾਰੇ ਜਾਣਦੇ ਹੋ, ਉਹਦੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਬਿਲਕੁਲ ਜੀ। ਸਾਡੇ ਲਾਗੇ ਇੱਕ ਇਤਿਹਾਸਕ ਗੁਰਦੁਆਰਾ ਸੀ, ਉੱਥੇ ਹਰ ਮਹੀਨੇ ਮੱਸਿਆ ਤੇ ਆਉਂਦੇ ਹੁੰਦੇ ਸਨ। ਮੈਨੂੰ ਉਹ ਕਵਿਤਾਵਾਂ ਸੁਣ ਕੇ ਗਾਉਣ ਦਾ ਵੀ ਸ਼ੌਕ ਪਿਆ ਵੀ ਜੀ। ਮੈਂ ਸੋਚਿਆ ਕਿ ਕਿੱਦਾਂ ਛੰਦਬੱਧ ਲਿਖਿਆ ਜਾਂਦਾ ਹੈ ਜੀ, ਪਰ ਉਹ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚ ਫਿਰ ਬਾਅਦ ਦੇ ਵਿੱਚ ਨਾ ਇੰਨਾ ਕਦੀ ਖਿਆਲ ਨਹੀਂ ਆਇਆ ਲਿਖਣ ਦਾ। ਗਾਉਣ ਦਾ ਸ਼ੌਕ ਸੀਗਾ ਜੀ। ਅਸਲ ਦੇ ਵਿੱਚ ਮੈਂ ਪਹਿਲੀ ਕਵਿਤਾ 2012 ਦੇ ਵਿੱਚ ਲਿਖੀ। ਉਸ ਤੋਂ ਬਾਅਦ ਫਿਰ ਲਿਖਣਾ ਮੈਂ ਬੰਦ ਕਰ ਦਿੱਤਾ। 2018 ਦੇ ਵਿੱਚ ਜਦੋਂ ਇੱਕ ਇਨਸੀਡੈਂਟ ਤੁਹਾਨੂੰ ਯਾਦ ਹੋਵੇਗਾ ਕਿ ਉਹ ਜਗਦੀਸ਼ ਟਾਈਟਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਉਸਨੇ ਦਿੱਲੀ ਵਿੱਚ ਇੰਨੇ ਸਿੱਖਾਂ ਨੂੰ ਮਾਰਿਆ, ਐਕਸੈਪਟ ਕਰਦਾ ਸੀ ਇੱਕ ਵੀਡੀਓ ਦੇ ਵਿੱਚ। ਹਾਂਜੀ। ਤੇ ਉਦੋਂ ਆਪ ਨੂੰ ਯਾਦ ਹੋਵੇਗਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਪ੍ਰਦਰਸ਼ਨ ਹੋਏ ਸਨ ਉਹਦੇ ਖਿਲਾਫ। ਜੀ। ਤਾਂ ਉਦੋਂ ਸਾਡੇ ਬੰਬੇ ਦੇ ਵਿੱਚ ਵੀ ਕਵੀ ਦਰਬਾਰ ਰੱਖਿਆ ਗਿਆ ਸੀ, ਦਰਬਾਰ ਇਸ ਵਿਸ਼ੇ ਦੇ ਉੱਤੇ, ਕਵਿਤਾਵਾਂ ਬੋਲਣ ਦੇ ਉੱਤੇ ਜੀ। ਤੇ ਸਾਡੇ ਜੋ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਨੇ ਸਰਦਾਰ ਜਸਪਾਲ ਸਿੰਘ ਜੀ ਸਿੱਧੂ, ਬਹੁਤ ਹੀ ਭਾਵੇਂ ਕਿ ਸਾਡੇ ਨਾਲ ਉਮਰ ਤੋਂ ਛੋਟੇ ਨੇ ਪਰ ਬਹੁਤ ਵੀ ਉਹਨਾਂ ਦੇ ਵਿਚਾਰ ਉੱਚੇ ਨੇ। ਸਮਾਜ ਵਿੱਚ, ਰਾਜਨੀਤਿਕ ਜੀਵਨ ਦੇ ਵਿੱਚ, ਧਾਰਮਿਕ ਜੀਵਨ ਦੇ ਵਿੱਚ ਬਹੁਤ ਹੀ ਸਾਰੇ ਕਾਰਜਾਂ ਹਿੱਸਾ ਲੈਂਦੇ। ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਤੂੰ ਕੋਈ ਕਵਿਤਾ ਲਿਖ। ਜੀ ਜੀ ਜੀ। ਆਪਾਂ ਉੱਥੇ ਜਾਣਾ ਹੈ ਕੰਪੀਟੀਸ਼ਨ ਦੇ ਵਿੱਚ। ਮੈਂ ਕਿਹਾ ਪ੍ਰਧਾਨ ਸਾਹਿਬ ਮੈਂ ਕਦੀ ਕਵਿਤਾ ਨਹੀਂ ਲਿਖੀ। ਕਹਿੰਦਾ ਨਹੀਂ ਤੂੰ ਲਿਖ। ਮੈਂ ਕਿਹਾ ਮੇਰੇ ਕੋਲ ਚੰਗੀ ਲਿਖੀ ਨਹੀਂ ਜਾਣੀ। ਉਹ ਕਹਿੰਦੇ ਤੂੰ ਲਿਖ, ਮੈਂ ਗਾਊਂਗਾ। ਹਾਲਾਂਕਿ ਉਹ ਉਦੋਂ ਸਟੇਜ ਤੇ ਬੋਲਣ ਤੋਂ ਵੀ ਗੁਰੇਜ਼ ਕਰਦੇ ਸਨ ਜੀ। ਖੈਰ ਮੈਂ ਕਵਿਤਾ ਲਿਖੀ ਔਰ ਅਸੀਂ ਗੁਰੂ ਤੇਗ ਬਹਾਦਰ ਨਗਰ ਸਾਡਾ ਉਹ ਗੁਰਦੁਆਰਾ ਸਾਹਿਬ ਕੰਪੀਟੀਸ਼ਨ ਸੀ ਜੀ। ਉੱਥੇ ਜੋ 3 ਐਗਜ਼ਾਮੀਨਰ ਸਨ ਸਾਨੂੰ ਜੱਜ, ਇੱਕ ਤਾਂ ਸੀਗੇ ਜਿਹੜਾ ਖਾਲਸਾ ਕਾਲਜ ਹੈ ਬੰਬੇ ਦਾ, ਉਹਦੇ ਪ੍ਰਿੰਸੀਪਲ ਸਨ। ਹਾਂਜੀ। ਇੱਕ ਭੈਣ ਜੀ ਦਾ ਨਾਮ ਵਿਸਰ ਗਿਆ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ PhD ਕਰ ਰਹੇ ਸਨ। ਔਰ ਇੱਕ ਸ਼ਾਇਦ ਕੋਈ SGPC ਦਾ ਮੈਂਬਰ ਗਿਆ ਸੀ ਪੰਜਾਬ ਦੇ ਵਿੱਚ। ਉਹ 3 ਸਾਡੇ ਜੱਜ ਸਨ। ਸਾਨੂੰ 10-10 ਮਿੰਟ ਦਾ ਟਾਈਮ ਦਿੱਤਾ ਕਵਿਤਾ ਵਾਸਤੇ ਜੀ। ਔਰ ਸਾਡੀਆਂ ਉਹਨੇ ਫੋਟੋ ਕਾਪੀਆਂ ਲੈ ਲਈਆਂ। ਲੇਕਿਨ ਉਹਦੇ ਵਿੱਚ ਅਸੀਂ 22 ਕਵੀ ਹਿੱਸਾ ਲੈ ਰਹੇ ਸਾਂ, ਜਿਹਦੇ ਵਿੱਚ ਕੋਈ 12-14 ਕਮਰਸ਼ੀਅਲ ਕਵੀ ਸਨ ਤੇ ਬਾਕੀ ਜਿਹੜੇ ਮੇਰੇ ਵਰਗੇ ਗਏ ਸਨ ਉਹ ਸਨ। ਬਿਲਕੁਲ ਜੀ। ਖੈਰ ਸਭ ਦਾ ਸਮਾਂ ਹੋਇਆ, ਮੈਨੂੰ ਵੀ ਸਮਾਂ ਮਿਲਿਆ। ਤਾਂ ਜਦੋਂ ਇਨਾਮ ਦੀ ਵਾਰੀ ਆਈ ਤਾਂ ਮੈਨੂੰ ਇਹ ਆਖਿਆ ਲੋਕਾਂ ਨੇ ਤੇਰੀ ਕਵਿਤਾ ਅੱਛੀ ਹੈ ਜੀ, ਤੈਨੂੰ ਕੋਈ ਨਾ ਕੋਈ ਇਨਾਮ ਮਿਲਣਾ ਚਾਹੀਦਾ। ਤੇ ਮੈਂ ਇੰਨਾ ਕਦੇ ਸੋਚਿਆ ਨਹੀਂ ਸੀ ਮੇਰੀ ਕਵਿਤਾ ਇੰਨੀ ਲੋਕੀ ਪਸੰਦ ਕਰਨਗੇ ਜਾਂ ਉਹ ਜੱਟਾਂ ਨੂੰ ਪਸੰਦ ਆਵੇਗੀ। ਜਦੋਂ 3rd ਪ੍ਰਾਈਜ਼ ਗਿਆ ਤਾਂ ਮੈਨੂੰ ਗਿਆ ਚਲੋ ਕੋਈ ਨਹੀਂ। ਜੇ 2nd ਵੀ ਗਿਆ ਮੈਂ ਕਿਹਾ ਹੁਣ ਤਾਂ ਆਪਣਾ ਨੰਬਰ ਨਹੀਂ ਜੀ। ਮੇਰੀ ਹੈਰਾਨੀ ਦੀ ਹੱਦ ਨਹੀਂ ਜਦੋਂ ਮੈਨੂੰ 1st ਪ੍ਰਾਈਜ਼ ਮਿਲਿਆ ਉੱਥੇ। ਵਾਹ ਜੀ ਵਾਹ, ਬਹੁਤ ਵਧੀਆ। 21,000 ਰੁਪਇਆ ਮੈਨੂੰ ਟਰੋਫੀ ਮਿਲੀ ਔਰ ਨਾਲ ਮੈਨੂੰ ਬਹੁਤ ਉਹਨਾਂ ਨੇ ਮੇਰੀ ਸ਼ਾਬਾਸ਼ ਦਿੱਤੀ ਸਾਰਿਆਂ ਨੇ ਕਿ ਤੁਸੀਂ ਬਹੁਤ ਅੱਛਾ ਲਿਖਿਆ ਹੈ ਔਰ ਇਸ ਤੋਂ ਅੱਗੇ ਕਲਮ ਜਾਰੀ ਰੱਖੋ। ਉੱਥੋਂ ਮੈਨੂੰ ਇੰਨਾ ਉਤਸ਼ਾਹ ਮਿਲਿਆ ਕਿ ਮੈਂ ਉੱਥੋਂ ਹੌਲੀ ਫਿਰ ਲਿਖਣ ਦਾ ਮੈਨੂੰ ਮਿਲ ਗਿਆ ਜ਼ਰੀਆ ਕਿ ਹਾਂ ਮੈਂ ਕੁਝ ਲਿਖ ਸਕਦਾ। ਮੈਨੂੰ ਹੌਸਲਾ ਅਫਜ਼ਾਈ ਕੀਤੀ ਮੇਰੇ ਯਾਰਾਂ ਦੋਸਤਾਂ ਨੇ, ਪ੍ਰਧਾਨ ਸਾਹਿਬ ਨੇ। ਉੱਥੋਂ ਫਿਰ ਮੇਰਾ 2018 ਤੋਂ ਇਹ ਲਿਖਣ ਦਾ ਜੋ ਮੈਂ ਚਾਲੂ ਕੀਤਾ। ਬਹੁਤ ਵਧੀਆ ਜੀ। ਇਹ ਤੇ ਹੋ ਗਈਆਂ ਆਪਣੀਆਂ ਗੱਲਾਂ ਤੇ ਹੁਣ ਅਸੀਂ ਤੁਹਾਡੀ ਕੋਈ ਕਵਿਤਾ ਵੀ ਸੁਣਨੀ ਚਾਹੁੰਦੇ ਹਾਂ। ਤੇ ਦੋਸਤੋ ਮੇਰੇ ਕੋਲ ਇਸ ਵੇਲੇ ਰੇਡੀਓ ਦੇ ਜਿਹੜਾ ਹੈ ਨਾ ਉਹ ਵਿੱਚ ਸਰਦਾਰ ਪਰਵਿੰਦਰ ਸਿੰਘ ਹੇਰ ਦੀਆਂ ਕੁਝ ਕਵਿਤਾਵਾਂ ਦੀਆਂ ਰਿਕਾਰਡਿੰਗਸ ਵੀ ਪਈਆਂ ਨੇ ਤੇ ਅਸੀਂ ਇਹਨਾਂ ਦੀਆਂ ਇਹ ਕਵਿਤਾਵਾਂ ਦੀਆਂ ਰਿਕਾਰਡਿੰਗਸ ਦੇ ਵਿੱਚੋਂ ਔਰ ਮੈਂ ਹੁਣ ਤੁਹਾਡੀ ਜੀ ਇੱਕ ਕਵਿਤਾ ਆਪਣੇ ਲਿਸਨਰਸ ਨੂੰ ਸੁਣਾਣੀ ਆ
ਬੰਦਿਆ ਤੈਨੂੰ ਕਿਉਂ ਨਾ ਤਾਰੂਗਾ ਜੋ ਸਾਰਿਆਂ ਨੂੰ ਤਾਰਦਾ। ਤੇ ਇਹ ਕਵਿਤਾ ਕਦੋਂ ਲਿਖੀ, ਕੀ ਇਸ ਕਵਿਤਾ ਦੇ ਵਿੱਚ ਹੈ, ਥੋੜਾ ਜਿਹਾ ਬਰੀਫ ਕਰ ਦਿਓ, ਫਿਰ ਮੈਂ ਤੁਹਾਡੀ ਇਹ ਕਵਿਤਾ ਚਲਾ ਰਿਹਾ ਵਾਂ ਰੇਡੀਓ ਤੇ। ਅਸੀਂ ਪੜ੍ਹਦੇ ਆ ਕਿ ਅਸੀਂ ਵੇਖੋ ਦ੍ਰੋਪਦੀ ਦਾ ਵੀ ਕਿੱਸਾ ਪੜ੍ਹਿਆ, ਕਿਵੇਂ ਮਹਾਰਾਜ ਨੇ ਆਗੇ ਨੇ ਵਿਸ਼ਵਾਸ ਕੀਤਾ, ਰੱਬ ਦੇ ਅਰਦਾਸ ਕੀਤੀ, ਉਹਦੀ ਲਾਜ ਬਚਾਈ ਜੀ। ਪ੍ਰਹਿਲਾਦ ਨੂੰ ਕਿਸ ਤਰ੍ਹਾਂ ਗੁਰੂ ਮਹਾਰਾਜ ਨੇ ਹਰਨਾਕਸ਼ ਬਣ ਕੇ ਬਚਾਇਆ। ਇਸੇ ਤਰ੍ਹਾਂ ਹੀ ਮੱਖਣ ਸ਼ਾਹ ਬੇੜੇ ਨੇ ਜਦੋਂ ਅਰਦਾਸ ਕੀਤੀ ਇਕਾਗਰ ਚਿੱਤ ਹੋ ਕੇ, ਤਾਂ ਮੱਖਣ ਸ਼ਾਹ ਬਾਣੇ ਦਾ ਬੇੜਾ ਵੀ ਪਾਰ ਲਾਇਆ। ਇਸ ਤਰ੍ਹਾਂ ਬੀਬੀ ਰਜਨੀ ਨੇ ਇਸ਼ਨਾਨ ਕੀਤਾ, ਉਹਦਾ ਬੇੜਾ ਪਾਰ ਲਾਇਆ। ਤੇ ਮੈਂ ਉਸ ਤੋਂ ਮੁਤਾਸਰ ਹੋ ਕੇ ਲਿਖੀ ਸੀ ਕਿ ਬੰਦਾ ਕਿਉਂ ਨਾ ਤਰੇਗਾ ਜੋ ਸ਼ਰਨ ਤੇਰੀ ਆਮਦਾ, ਮਤਲਬ ਬੰਦਾ ਵੀ ਤਰੇਗਾ ਜੋ ਵਿਸ਼ਵਾਸ ਕਰ ਲਏਗਾ, ਜਿਹੜਾ ਉੱਤੇ ਵਿਸ਼ਵਾਸ ਰੱਖਦਾ ਹੈ। ਇਹ ਮੇਰੀ ਕਵਿਤਾ ਹੈ। ਹਾਂ ਬਿਲਕੁਲ ਜੀ। ਤੇ ਦੋਸਤੋ ਲਓ ਤੁਸੀਂ ਹੁਣ ਸੁਣੋ ਸਰਦਾਰ ਪਰਵਿੰਦਰ ਸਿੰਘ ਹੇਰ ਦੀ ਇਹੀ ਕਵਿਤਾ, ਔਰ ਇਸ ਤੋਂ ਬਾਅਦ ਫੇਰ ਕਰਾਂਗੇ ਖੂਬ ਸਾਰੀਆਂ ਗੱਲਾਂ ਸਰਦਾਰ ਪਰਵਿੰਦਰ ਸਿੰਘ ਜੀ ਹੇਰ ਦੇ ਨਾਲ ਰੇਡੀਓ ਖੁਸ਼ੀ 90.4 FM ਤੇ। ਦੋਸਤੋ ਇੱਕ ਵਾਰ ਫੇਰ ਹਾਜ਼ਰੀ ਨਵੀਂ ਕਵਿਤਾ ਦੇ ਨਾਲ ਦਾਸ ਪਰਵਿੰਦਰ ਸਿੰਘ ਵੱਲੋਂ। ਨਵੀਂ ਕਵਿਤਾ ਦੇ ਬੋਲ ਨੇ, ਬੰਦਾ ਕਿਉਂ ਨਾ ਤਰੇਗਾ ਜੋ ਸ਼ਰਨ ਤੇਰੀ ਆਮਦਾ। ਆਸ ਹੈ ਆਪ ਨੂੰ ਪਸੰਦ ਆਵੇਗੀ। ਆਓ ਸਰਵਣ ਕਰੀਏ ਜੀ। ਐ ਰਹਿਮਤਾਂ ਦੇ ਮਾਲਕਾ ਇੱਕ ਬੇਨਤੀ ਹੈ ਦਾਸ ਦੀ, ਤੇਰਾ ਹੀ ਲੋਚਾ ਆਸਰਾ ਰੱਖ ਲਾਜ ਮੇਰੀ ਆਸ ਦੀ। ਪਾ ਲਵੇ ਸਵੰਤੀ ਬੂੰਦ ਨੂੰ ਜਦ ਚਾਤਰਿਕ ਬਿਲ ਲਾਮਦਾ, ਬੰਦਾ ਕਿਉਂ ਨਾ ਤਰੇਗਾ ਜੋ ਸ਼ਰਨ ਤੇਰੀ ਆਮਦਾ, ਬੰਦਾ ਕਿਉਂ ਨਾ ਤਰੇਗਾ। ਜਲਵਾ ਜੋ ਤੇਰੇ ਨੂਰ ਦਾ ਬੱਲੀਆਂ ਚ ਦਾਣੇ ਭਰ ਦਵੇ, ਇੱਕ ਨਜ਼ਰ ਤੇਰੀ ਮਿਹਰ ਦੀ ਅੱਖਾਂ ਨੂੰ ਅੰਮ੍ਰਿਤ ਕਰ ਦਵੇ। ਪੱਥਰਾਂ 'ਚ ਬੈਠੇ ਕੀੜਿਆਂ, ਪੱਥਰਾਂ 'ਚ ਬੈਠੇ ਕੀੜਿਆਂ ਨੂੰ ਰਿਜ਼ਕ ਜੋ ਪਹੁੰਚਾਉਂਦਾ, ਬੰਦਾ ਕਿਉਂ ਨਾ ਤਰੇਗਾ ਜੋ ਸ਼ਰਨ ਤੇਰੀ ਆਮਦਾ, ਬੰਦਾ ਕਿਉਂ ਨਾ ਤਰੇਗਾ। ਮਾਰਨ ਦੇ ਲਈ ਪ੍ਰਹਿਲਾਦ ਨੂੰ ਜਦ ਥੰਮ ਕੀਤਾ ਲਾਲਸੀ, ਵਧਿਆ ਸੀ ਆਸ਼ਿਕ ਸੱਚ ਦਾ ਕਰਕੇ ਤੇ ਯਾਦ ਗੋਪਾਲ ਸੀ। ਰੱਖਿਆ ਕਰਨ ਲਈ ਭਗਤ ਦੀ ਨਰ ਸਿੰਘ ਦਾ ਰੂਪ ਬਣਾਉਂਦਾ, ਬੰਦਾ ਕਿਉਂ ਨਾ ਤਰੇਗਾ ਜੋ ਸ਼ਰਨ ਤੇਰੀ ਆਮਦਾ, ਬੰਦਾ ਕਿਉਂ ਨਾ ਤਰੇਗਾ। ਰਮਜਾਂ ਜਿਨ੍ਹਾਂ ਨੇ ਸਮਝੀਆਂ ਲੱਖਾਂ ਹੀ ਪਾਪੀ ਤਰ ਗਏ, ਕਾਵਾਂ ਤੋਂ ਬਣ ਗਏ ਹੰਸ ਜੋ ਟੁੱਬੀ ਲਾ ਅੰਮ੍ਰਿਤ ਸਰ ਗਏ। ਕਾਵਾਂ ਤੋਂ ਬਣ ਗਏ ਹੰਸ ਜੋ ਟੁੱਬੀ ਲਾ ਅੰਮ੍ਰਿਤ ਸਰ ਗਏ। ਰਜਨੀ ਦੇ ਪਿੰਗਲੇ ਪਤੀ ਦਾ ਕਿੱਸਾ ਹੈ ਹਰ ਕੋਈ ਗਾਵਦਾ, ਬੰਦਾ ਕਿਉਂ ਨਾ ਤਰੇਗਾ ਜੋ ਸ਼ਰਨ ਤੇਰੀ ਆਮਦਾ, ਬੰਦਾ ਕਿਉਂ ਨਾ ਤਰੇਗਾ। ਨਾ ਪੇਸ਼ ਚੱਲੀ ਕਿਸੇ ਦੀ ਬੇੜਾ ਸੀ ਡੁੱਬਦਾ ਜਾ ਰਿਹਾ, ਹੱਥ ਬੰਨ ਮੱਖਣ ਸ਼ਾਹ ਸੀ ਤੈਨੂੰ ਆਵਾਜ਼ਾਂ ਲਾ ਰਿਹਾ। ਲਾ ਮੋਢਾ ਤਾਰਨ ਹਾਰਿਆ ਸਾਗਰ ਤੋਂ ਬੰਨੇ ਲਾਵਦਾ, ਬੰਦਾ ਕਿਉਂ ਨਾ ਤਰੇਗਾ ਜੋ ਸ਼ਰਨ ਤੇਰੀ ਆਮਦਾ, ਬੰਦਾ ਕਿਉਂ ਨਾ ਤਰੇਗਾ। ਅਜ਼ਮਤ ਤੇਰੀ ਦਾ ਸ਼ਹਿਨਸ਼ਾਹ ਕੋਈ ਨ ਪਾਰਾਵਾਰ ਹੈ, ਕਰ ਦੇ ਜੋ ਤੇਰੀ ਚਾਕਰੀ ਉਹਨਾਂ ਦਾ ਬੇੜਾ ਪਾਰ ਹੈ। ਕਿਰਪਾ ਤੇਰੀ ਨਾਲ ਹੇਰ ਵੀ, ਕਿਰਪਾ ਤੇਰੀ ਨਾਲ ਹੇਰ ਵੀ, ਕਾਗਜ਼ ਤੇ ਲੀਕਾਂ ਵਾਵਦਾ, ਬੰਦਾ ਕਿਉਂ ਨਾ ਤਰੇਗਾ ਜੋ ਸ਼ਰਨ ਤੇਰੀ ਆਮਦਾ,
बंदा क्यों Guru Nanak Fifth Centenary School, Mussoorie, a residential school for boys and girls with modern infrastructure and state-of-art facility, is managed by a group of global visionaries, nurturing your child to be the extraordinary by focusing on blended learning, professional training, sports and adventure, flip classes along with e-learning and latest teaching methodology. A citadel of knowledge and spiritual growth. GNFCS, building future leaders to transform the world, rising with the dawn, reaching out into new horizons. Tune into FM Radio Khushi 90.4 FM Radio Khushi. ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ ਦੋਸਤੋ। ਰੇਡੀਓ ਖੁਸ਼ੀ 90.4 FM ਤੇ ਤੁਹਾਡਾ ਫਿਰ ਤੋਂ ਸਵਾਗਤ। ਤੁਸੀਂ ਬਣੇ ਹੋਏ ਹੋ ਆਪਣੇ ਡਿਵਾਈਨ ਤੇ ਦਿਲਦਾਰ ਆਰਜੇ ਗੁਰਵੇਲ ਸਿੰਘ ਦੇ ਨਾਲ, ਤੇ ਅੱਜ ਅਸੀਂ ਗੱਲਾਂ ਕਰ ਰਹੇ ਹਾਂ ਸਰਦਾਰ ਪਰਵਿੰਦਰ ਸਿੰਘ ਜੀ ਹੇਰ ਸਾਹਿਬ ਦੇ ਨਾਲ, ਜੋ ਮੁੰਬਈ CBT ਬੇਲਾਪੁਰ ਤੋਂ ਸਾਡੇ ਨਾਲ ਨੇ, ਔਰ ਉਹਨਾਂ ਦੀਆਂ ਹੀ ਕਵਿਤਾਵਾਂ ਤੁਹਾਨੂੰ ਸੁਣਾ ਰਹੇ ਹਾਂ। ਤੇ ਹੁਣੇ ਹੀ ਬੜੀ ਵਧੀਆ ਕਵਿਤਾ ਹੇਰ ਸਾਹਿਬ ਤੁਹਾਡੀ ਹੈ ਜਿਹੜੀ ਹੈ ਅਸੀਂ ਸੁਣੀ ਹੈ। ਬੜਾ ਚੰਗਾ ਲੱਗਾ ਹੈ ਕਿ ਤੁਸੀਂ ਇਹ ਜਿਹੜੀਆਂ ਕਵਿਤਾਵਾਂ ਨੇ ਜਿਨ੍ਹਾਂ ਦੇ ਵਿੱਚ ਇੱਕ ਆਸਥਾ ਬੰਦੇ ਦੀ ਰੱਬ ਤੇ ਬਣਦੀ ਹੈ, ਉਹ ਕਵਿਤਾਵਾਂ ਤੁਸੀਂ ਲੈ ਕੇ ਆਉਂਦੇ ਹੋ, ਕਿਉਂਕਿ ਇਹ ਜਿਹੜੀਆਂ ਆਸਥਾ ਵਾਲੀਆਂ ਕਵਿਤਾਵਾਂ ਨੇ ਰੱਬ ਦੇ ਨਾਲ, ਔਰ ਤੁਸੀਂ ਇਹ ਸਾਖੀਆਂ ਦੇ ਦੇ ਕੇ ਕਵਿਤਾ ਲਿਖੀ, ਇਹ ਕਦੋਂ ਲਿਖੀ ਗਈ, ਕਿਸ ਤਰ੍ਹਾਂ ਇਹ ਕਵਿਤਾ ਹੋਂਦ ਵਿੱਚ ਆਈ, ਇਹਦੇ ਬਾਰੇ 'ਚ ਵੀ ਥੋੜ੍ਹਾ ਦੱਸੋ ਕਿ ਕਿਹੋ ਜਿਹਾ ਉਹ ਮਾਹੌਲ ਸੀ ਜਿਹੜੇ ਮਾਹੌਲ 'ਚੋਂ ਇਹ ਕਵਿਤਾ ਉਪਜੀ। ਜੀਓ ਵੀਰ ਜੀ, ਮੈਂ ਨਾ ਇਤਿਹਾਸ ਨਾਲ ਬਹੁਤ ਜੁੜਿਆ ਹੋਇਆ ਜੀ। ਬਹੁਤ ਮੈਨੂੰ ਸ਼ੌਕ ਹੈ, ਮੈਨੂੰ ਜਿੱਥੋਂ ਵੀ ਕਿਤਾਬ ਮਿਲੇ ਮੈਂ ਉੱਥੋਂ ਕਿਤਾਬ ਲੈ ਕੇ ਉਹਨਾਂ ਵੱਲ ਪੜ੍ਹਦਾ ਆ। ਇਹ ਸਾਰੀਆਂ ਸਾਖੀਆਂ ਜਦੋਂ ਮੈਂ ਪੜ੍ਹੀਆਂ ਸਾਰੀਆਂ, ਤੇ ਹੌਲੀ ਹੌਲੀ ਇੱਕ ਕਲਪਨਾ ਹੁੰਦੀ ਆ ਬੰਦੇ ਦੀ, ਮੈਂ ਕਿਸ ਸਬਜੈਕਟ ਤੇ ਕਵਿਤਾ ਲਿਖਣੀ ਹੈ। ਤੇ ਫਿਰ ਉਹ ਜੋ ਬੰਦਾ ਪੜ੍ਹਦਾ ਸੋਚਦਾ ਗਿਆ ਏਦਾਂ ਮੈਂ ਵਿਸ਼ਵਾਸ ਕਿੱਦਾਂ ਬਣਦਾ ਆ। ਆਪ ਆਮ ਦੇਖਿਆ ਲੋਕੀ ਕਹਿੰਦੇ ਇੱਥੇ ਵਿਸ਼ਵਾਸ ਹੈ ਇਸ ਗੱਲ ਕਿ ਏਦਾਂ ਹੁੰਦਾ ਤੇ ਸਾਡੇ ਤੇ ਵੇਖੋ ਸਭ ਕੁਝ ਪ੍ਰਤੱਖ ਹੋਇਆ, ਔਰ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਜੀ। ਤੇ ਕਵੀ ਦਾ ਫਰਜ਼ ਬਣਦਾ ਕਿ ਜੋ ਪ੍ਰਤੱਖ ਹੋਇਆ ਵਾ ਉਹਨੂੰ ਸਾਹਮਣੇ ਪੇਸ਼ ਕਰੇ, ਜੋ ਮੈਨੂੰ ਪਤਾ ਦੁਨੀਆ ਨੂੰ ਵੀ ਪਤਾ ਲੱਗੇ। ਤੇ ਮੈਂ ਫਿਰ ਇੱਕ ਮੈਨੂੰ ਗੁਰਦੁਆਰਾ ਸਕੱਤਰ ਸਾਹਿਬ ਦੀ ਸੇਵਾ ਵੀ ਮੈਨੂੰ ਬਖਸ਼ੀ ਆ ਗੁਰੂ ਮਹਾਰਾਜ ਨੇ, ਉੱਥੇ ਮੈਂ ਜਿੰਨੇ ਜੋਗਾ ਆਏਗਾ ਆਪਣੀ ਸੇਵਾ ਨਿਭਾ ਰਿਹਾ ਵਾ, ਔਰ ਬਹੁਤ ਕੁਛ ਇਹਨਾਂ ਚੀਜ਼ਾਂ ਸਿੱਖਣ ਨੂੰ ਮਿਲਦਾ। ਫਿਰ ਮੈਨੂੰ ਜਦੋਂ ਇਹ ਚੀਜ਼ਾਂ ਪਤਾ ਲੱਗੀਆਂ ਇਤਿਹਾਸ ਦੇ ਵਿੱਚੋਂ, ਤੇ ਹਰ ਬੰਦਾ ਸੋਚਦਾ ਕਿ ਜੋ ਮੈਨੂੰ ਜੋ ਪਤਾ ਅੱਗੇ ਸਮਾਜ ਦੇ ਵਿੱਚ ਆਉਂਦਾ ਮੇਰਾ ਫਰਜ਼ ਵੀ ਬਣਦਾ, ਤੇ ਇਸ ਤਰ੍ਹਾਂ ਇਹ ਕਵਿਤਾ ਲਿਖੀ ਗਈ। ਬਿਲਕੁਲ ਜੀ, ਇਹ ਤੁਸੀਂ ਬੜੀ ਵਧੀਆ ਚੀਜ਼ ਹੈ ਜਿਹੜੀ ਉਹ ਦੱਸੀ ਹੈ ਕਿ ਕਵਿਤਾ ਇਸ ਤਰ੍ਹਾਂ ਲਿਖੀ ਹੈ। ਤੇ ਇਹਦੇ ਨਾਲ ਇੱਕ ਚੀਜ਼ ਹੋਰ ਵੀ ਆਉਂਦੀ ਹੈ ਸਿੰਘ ਸਾਹਿਬ, ਅੱਜ ਕੱਲ੍ਹ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਯੁੱਗ ਦੇ ਵਿੱਚ ਜਿਹੜੀ ਕਵਿਤਾ ਇੰਨੀ ਮਹਾਨ ਸੀ, ਔਰ ਸਾਨੂੰ ਐਵੇਂ ਲੱਗਦਾ ਸੀ ਕਿ ਜੋ ਗੁਰੂ ਸਾਹਿਬਾਂ ਨੇ ਗੁਰਬਾਣੀ ਨੂੰ ਕਿਹਾ ਉਹ ਵੀ ਕਵਿਤਾ ਦੇ ਰੂਪ ਵਿੱਚ ਹੀ ਕਿਹਾ, ਤੇ ਗੁਰੂ ਨਾਨਕ ਦੇਵ ਜੀ ਵੀ ਆਪਣੇ ਆਪ ਨੂੰ ਸੰਤ ਭਗਤ ਗੁਰੂ ਅਖਵਾ ਕੇ ਖੁਸ਼ ਨਹੀਂ ਹੁੰਦੇ ਸੀ। ਉਹ ਜਦੋਂ ਆਪਣੇ ਆਪ ਨੂੰ ਲਿਖਦੇ ਹੁੰਦੇ ਕਹਿੰਦੇ ਹੁੰਦੇ ਨਾਨਕ ਸ਼ਾਇਰ ਏਵ ਕਹਿਤ ਹੈ ਸੁਨ ਤੂੰ ਸੱਚੇ ਪਰਵਦਗਾਰਾ, ਉਹ ਵੀ ਆਪਣੇ ਆਪ ਨੂੰ ਸ਼ਾਇਰ ਕਹਿੰਦੇ ਸੀ। ਤੇ ਅੱਜ ਇਹ ਸ਼ਾਇਰੀ ਜਾਂ ਕਵਿਤਾ ਦਾ ਜਿਹੜਾ ਵਰਤਮਾਨ ਹੈ ਉਹ ਕਿਸ ਤਰ੍ਹਾਂ ਦਾ ਹੈ, ਉਹਦੇ ਬਾਰੇ 'ਚ ਕੀ ਕਹੋਗੇ ਤੁਸੀਂ? ਵੀਰ ਜੀ ਏਦਾਂ ਆ ਕਿ ਮੈਂ ਤਾਂ ਬਹੁਤ ਛੋਟਾ ਜਿਹਾ ਕਮੀ ਆਏ ਤੇ ਮੈਂ ਉਂਗਲ ਫੜ ਕੇ ਤੁਰਨਾ ਹੀ ਸਿੱਖ ਰਿਹਾ ਆ, ਪਰ ਜਿੰਨੀ ਕੁ ਆਪਣੀ ਮਤ ਬੁੱਧ ਅਨੁਸਾਰ ਜੀ ਕਵਿਤਾ ਛੰਦ ਦਾ ਨਾਮ ਹੀ ਹੈ। ਛੰਦਬੱਧ ਜਿਹੜੀ ਚੀਜ਼ ਲਿਖੀ ਗਈ ਆ ਜਿਹਦੇ ਚ ਲੈ ਹੋਵੇ, ਜਿਹੜਾ ਛੰਦ ਹੈ ਨਾ ਇਹ ਕਵਿਤਾ ਦਾ ਸਰੀਰ ਹੈ ਜੀ, ਔਰ ਉਹਦੀ ਜੋ ਭਾਵ ਨੇ ਵਿੱਚ ਅਸੀਂ ਕਵਿਤਾ ਚ ਉਹ ਉਹਦੀ ਰੂਹ ਹੈ। ਇਹ ਦੋ ਚੀਜ਼ਾਂ ਕਵਿਤਾ ਚ ਹੋਣੀਆਂ ਬਹੁਤ ਜ਼ਰੂਰੀ ਨੇ ਜੀ। ਲੇਕਿਨ ਅੱਜ ਕੱਲ ਮੈਂ ਕਹਿਣਾ ਨਹੀਂ ਚਾਹਾਂਗਾ ਬਹੁਤ ਕੁਝ, ਜਿਵੇਂ ਕਿ ਅੱਜ ਕੱਲ ਖੁੱਲੀ ਕਵਿਤਾ ਲਿਖਣ ਦਾ ਇੱਕ ਰਿਵਾਜ ਚੱਲ ਪਿਆ ਜੀ। ਖੁੱਲੀ ਕਵਿਤਾ ਉਹਨੂੰ ਆਪਾਂ ਵਾਰਤਕ ਕਹਿ ਸਕਦੇ ਆ, ਉਹ ਕਵਿਤਾ ਨਹੀਂ ਹੈ ਜੀ, ਠੀਕ। ਉਹਦੇ ਵਿੱਚ ਸਰੀਰ ਨਹੀਂ ਗਾ, ਸਰੀਰ ਕਵਿਤਾ ਦਾ ਛੰਦ ਹੀ ਆ। ਛੰਦਬੱਧ ਜੋ ਛੰਦ ਹੈ ਉਹ ਕਵਿਤਾ ਦਾ ਸਰੀਰ ਹੈ, ਜੋ ਅਸੀਂ ਮੈਸੇਜ ਦੇਣਾ ਉਹ ਕਵਿਤਾ ਦਾ ਭਾਵ ਹੈ, ਬਿਲਕੁਲ ਉਹ ਰੂਹ ਹੈ ਕਵਿਤਾ ਦੀ। ਤੇ ਜੇ ਕਵਿਤਾ ਦੀ ਸਰੀਰ ਹੀ ਹੈ ਨਹੀਂਗਾ, ਕਿਸੇ ਇਨਸਾਨ ਦਾ ਸਰੀਰ ਨੂੰ ਇਕੱਲੀ ਆਤਮਾ ਬੋਲ ਨਹੀਂ ਸਕਦੀ। ਤਾਂ ਮੈਂ ਤਾਂ
ਇੱਕ ਛੋਟਾ ਜਿਹਾ ਮਤਲਬ ਅਜੇ ਮੈਂ ਇਸ ਰਸਤੇ ਤੇ ਤੁਰਿਆ ਹੀ ਆ, ਬੜਾ ਲੰਮਾ ਪੈਂਡਾ ਹੈ ਜੀ। ਮੇਰੇ ਮਤ ਬੁੱਧ ਅਨੁਸਾਰ, ਜਾਂ ਮੈਂ ਤੁਹਾਨੂੰ ਦੱਸਾਂ ਕਿ ਮੈਂ ਘੱਟੋ ਘੱਟ 70-80 ਕਵਿਤਾਵਾਂ 100 ਲਗਭਗ ਕਵਿਤਾਵਾਂ ਲਿਖ ਚੁੱਕਿਆ ਵਾਂ। ਪਰ ਤੁਸੀਂ ਮੰਨੋਗੇ ਪਿਛਲੇ ਸਾਲ ਤੋਂ ਮੈਂ ਗਜ਼ਲ ਸਕੂਲ, ਇੱਕ ਧੂਰੀ ਗਜ਼ਲ ਸਕੂਲ ਹੈ, ਮੈਂ ਅਟੈਂਡ ਕੀਤਾ ਸਿੱਖਣ ਵਾਸਤੇ। ਹਾਂਜੀ, ਕਿ ਹੋਰ ਸਿੱਖਾਂ। ਜੀ ਜੀ ਜੀ, ਉਹ ਮੇਰੇ ਉਸਤਾਦ ਸਾਹਿਬ ਵੀ ਇਹੋ ਗੱਲ ਕਹਿੰਦੇ ਆ ਕਿ ਇਹ ਜੋ ਗੱਦ ਆਪਾਂ ਲਿਖਦੇ ਆ ਜਾਂ ਵਾਰਤਕ ਲਿਖਦੇ, ਕਵਿਤਾ ਨਹੀਂ ਗੀ, ਬਹੁਤ ਸਾਰੇ ਬਹੁਤ ਚੰਗਾ ਵੀ ਲਿਖ ਰਹੇ ਨੇ। ਹਾਂਜੀ, ਸ਼ੁਕਰਗੁਜ਼ਾਰ ਜੀ ਵੀਰ ਜੀ ਨੇ ਸਾਡੇ, ਹੋਰ ਬਹੁਤ ਬਹੁਤ ਚੰਗੇ ਸਾਡੇ ਉਹ ਕਵੀ ਨੇ ਵੀਰ ਜੀ, ਕਵੀਸ਼ਰ ਬੜੇ ਬੜੇ ਚੰਗੇ ਨੇ ਜਿਹੜੇ ਛੰਦਬੱਧੀ ਚ ਲਿਖਦੇ ਨੇ। ਪਰ ਕੁਝ ਵੀਰਾਂ ਦਾ ਵਿਚਾਰ ਹੈ ਕਿ ਜੋ ਇਹ ਵੀ ਜੋ ਕਵਿਤਾ, ਖੁੱਲੀ ਕਵਿਤਾ ਨੂੰ ਵੀ ਮਾਨਤਾ ਮਿਲਣੀ ਚਾਹੀਦੀ ਹੈ। ਅਸੀਂ ਆਪਣੇ ਪਿੱਛੇ ਦੇਖੀਏ, ਵਾਰਿਸ ਸ਼ਾਹ ਵੱਲ ਜਾਈਏ, ਸ਼ਾਹ ਹੁਸੈਨ ਵੱਲ ਜਾਈਏ, ਤਾਂ ਮੋਦਰ ਹੋਇਆ, ਜਿੰਨੇ ਵੀ ਕਵੀ ਹੋਏ ਨੇ ਸਾਡੇ ਪੁਰਾਣੇ, ਉਹ ਵੇਖੋ ਉਹਨਾਂ ਨੇ ਸ਼ਾਹ ਮੁਹੰਮਦ ਦਾ ਕਿੱਸਾ ਪੜ੍ਹ ਲਓ ਤੁਸੀਂ, ਉਹ ਇੱਕ ਛੰਦਬੱਧੀ ਚ ਲਿਖੀਆਂ ਹੋਈਆਂ ਕਵਿਤਾਵਾਂ ਨੇ, ਔਰ ਅੱਜ ਤੱਕ ਉਹ ਕਿੰਨੀਆਂ ਮਕਬੂਲ ਨੇ, ਲੋਕਾਂ ਪੜ੍ਹੀਆਂ ਜਾਂਦੀਆਂ ਨੇ। ਵਾਰਤਕ ਕਵਿਤਾ ਇੱਕ ਵਾਰ ਪੜ੍ਹ ਕੇ ਬਾਅਦ ਵਿੱਚ ਕੋਈ ਨੂੰ ਪੜ੍ਹਦਾ ਨਹੀਂ। ਇਸ ਕਰਕੇ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਨਵੇਂ ਜੋ ਵੀ ਕਵੀ ਆ ਰਹੇ ਨੇ ਜਾਂ ਮੇਰੇ ਤੋਂ ਵੱਡੇ ਵੀ ਨੇ, ਆਪਾਂ ਛੰਦਬੱਧ ਕਵਿਤਾ ਲਿਖੀਏ, ਜੋ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਛੰਦਾਬੱਧੀ ਹੈ। ਬਿਲਕੁਲ ਜੀ, ਬਿਲਕੁਲ। ਸੱਚਾਈ ਹੈ। ਕਿਉਂਕਿ ਮੈਂ ਇੱਥੇ ਇੱਕ ਹੋਰ ਚੀਜ਼ ਦੱਸਣੀ ਚਾਹੁੰਦਾ ਹੈ। ਕੱਲ ਹੀ ਐਕਚੁਅਲੀ ਨਾ ਅਸੀਂ ਆਪਣੇ ਸਕੂਲ ਵਿੱਚ ਬੱਚਿਆਂ ਦਾ ਕਵਿਤਾ ਉਚਾਰਨ ਮੁਕਾਬਲਾ ਕਰਾਉਣੇ ਹੁੰਦੇ ਆ, ਤੇ ਉਹ ਸਾਡਾ ਮੁਕਾਬਲਾ ਨੀਅਰ ਅਬਾਊਟ ਜੇ 26 ਜੁਲਾਈ ਜਾਂ 27-28 ਜੁਲਾਈ ਦੇ ਆਸ-ਪਾਸ ਹੋਣਾ ਹੈ। ਮਤਲਬ ਕਿ 28 ਜੁਲਾਈ ਉਹਦੀ ਤਰੀਕ ਅਸੀਂ ਨਿਸ਼ਚਿਤ ਕੀਤੀ ਹੋਈ ਹੈ। ਉਹਦੇ ਵਾਸਤੇ ਮੈਂ ਬੱਚਿਆਂ ਨੂੰ 16 ਕਵਿਤਾ ਦੇਣੀਆਂ ਸੀ, ਔਰ ਮੈਂ ਹੈਰਾਨ ਹੋਇਆ ਕਿ ਮੈਨੂੰ 16 ਕਵਿਤਾਵਾਂ ਲੱਭਣ ਲਈ ਘੱਟ ਤੋਂ ਘੱਟ ਜ਼ਿਆਦਾ ਨਹੀਂ ਹੈ ਤੇ 500-700 ਕਵਿਤਾ ਹੈ ਜਿਹੜੀ ਉਹ ਛਾਨਣੀ ਪਈ, ਔਰ 500-700 'ਚੋਂ ਜਾ ਕੇ ਮੁਸ਼ਕਿਲ ਦੇ ਨਾਲ ਉਹ 16 ਮੈਨੂੰ ਮਿਲ ਗਈਆਂ। ਬਾਕੀ ਦੀਆਂ ਸਾਰੀਆਂ ਕਵਿਤਾਵਾਂ ਰੀਅਲੀ ਇਹੋ ਜਿਹੀਆਂ ਸੀ, ਉਹਨਾਂ 'ਚ ਹੋਰ ਤੇ ਸਭ ਕੁਛ ਸੀ ਪਰ ਰਸ ਬਿਲਕੁਲ ਨਹੀਂ ਸੀਗਾ। ਔਰ ਕਵਿਤਾ ਮੇਰੇ ਖਿਆਲ 'ਚ ਜਿਹੜੀ ਕਵਿਤਾ ਬੰਦੇ ਨੂੰ ਕੀਲ ਨਾ ਲਵੇ, ਉਹ ਕਵਿਤਾ ਹੈ ਜਿਹੜੀ ਕਵਿਤਾ ਅਖਵਾਉਣ ਦੀ ਮੈਨੂੰ ਲੱਗਦਾ ਵਾ ਕਿ ਥੋੜ੍ਹਾ ਜਿਹਾ ਅਜੇ ਉਹਦੇ ਵਿੱਚ ਕੋਈ ਕਮੀ ਲੱਗਦੀ ਹੈ। ਕਿਉਂਕਿ ਕਵਿਤਾ ਤਾਂ ਉਹੀ ਹੁੰਦੀ ਹੈ ਜਿਹੜੀ ਕਹਿੰਦੇ ਸੀ ਨਾ, ਤਾਨਸੈਨ ਜਦੋਂ ਗਾਉਂਦਾ ਸੀ ਤੇ ਬੁਝੇ ਦੀਵੇ ਜਗ ਪੈਂਦੇ ਸੀ, ਉਹ ਕਵਿਤਾ ਉਹੀ ਹੁੰਦੀ ਹੈ ਕਿ ਜਿਹੜੀ ਕਵਿਤਾ ਗਾਈ ਜਾਏ ਤੇ ਉਹਦੇ ਵਿੱਚ ਇਹ ਚੀਜ਼ਾਂ ਹੋਣ। ਤੇ ਚਲੋ ਹੁਣ ਅਸੀਂ ਇਹਦੇ ਨਾਲ ਹੀ ਤੁਹਾਡੀ ਇੱਕ ਕਵਿਤਾ ਹੋਰ ਹੈ ਜਿਹੜੀ ਉਹ ਲਿਸਨਰਸ ਨੂੰ ਸੁਣਾਣੀ ਹੈ। ਉਹ ਕਵਿਤਾ ਸੁੱਖ ਵੀ ਤੇਰੇ ਦੁੱਖ ਵੀ ਤੇਰੇ। ਔਰ ਇਹ ਕਵਿਤਾ ਜਿਹੜੀ ਹੈ, ਕੀ ਇਹਦੇ ਵਿੱਚ ਤੁਸੀਂ ਮੈਸੇਜ ਹੈ ਜਿਹੜਾ ਉਹ ਦਿੱਤਾ ਹੈ, ਜਾਂ ਕਿ ਕਿਵੇਂ ਇਹ ਕਵਿਤਾ ਕਦੋਂ ਲਿਖੀ ਗਈ, ਇਹਦੇ ਬਾਰੇ 'ਚ ਵੀ ਥੋੜ੍ਹਾ ਜਿਹਾ ਤੁਸੀਂ ਦੱਸੋ, ਫਿਰ ਅਸੀਂ ਇਹ ਕਵਿਤਾ ਆਪਣੇ ਲਿਸਨਰਸ ਨੂੰ ਸੁਣਾਵਾਂਗੇ। ਵੀਰ ਜੀ, ਇਹ ਕਵਿਤਾ ਮੈਂ ਇੱਕ ਹਫ਼ਤਾ ਪਹਿਲਾਂ ਹੀ ਲਿਖੀ ਹੈ, ਔਰ ਆਪ ਨੂੰ ਪਤਾ ਹੀ ਹੈ ਕਿ ਪੰਜਾਬ, ਹਿਮਾਚਲ ਤੇ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਜੋ ਕੁਦਰਤੀ ਆਫਤ ਆਈ ਹੈ ਜੀ, ਜੋ ਜਾਨ ਜੀਵ ਜੰਤ, ਪਸ਼ੂ ਪੰਛੀ ਔਰ ਮਨੁੱਖਾਂ ਦੀ ਜੋ ਹਾਨੀ ਹੋਈ ਹੈ, ਆਪ ਨੂੰ ਪਤਾ ਹੈ ਪਾਣੀ ਦੇ ਨਾਲ ਕੀ ਮਤਲਬ ਨੁਕਸਾਨ ਹੋਇਆ ਹੈ। ਸਾਰੀ ਖਲਕਤ ਦੇ ਉੱਤੇ ਆਫਤ ਆਈ ਹੈ, ਤੇ ਮੈਂ ਉਸਦੇ ਵਿੱਚ ਇਹ ਜਿਵੇਂ ਆਪਣੇ ਵੀਰ ਪੰਜਾਬੀ ਸੇਵਾ ਕਰਦੇ ਨੇ ਉਹਦੇ ਬਾਰੇ ਵੀ ਥੋੜਾ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਲੋਕਾਂ ਨੂੰ ਹਿਦਾਇਤ ਕੀਤੀ ਵੀ ਆਓ ਸਰ ਕੇ ਆਪਾਂ ਰਲ ਕੇ ਹੱਥ ਵਟਾਈਏ ਜੋ ਦੁਖੀ ਖਲਕਤ ਹੈ, ਔਰ ਉਸਦੇ ਨਾਲ ਪਰਮਾਤਮਾ ਅੱਗੇ ਬੇਨਤੀ ਕੀਤੀ ਹੈ, ਪਰਮਾਤਮਾ ਤੂੰ ਬਖਸ਼ਣਹਾਰ ਹੈ, ਇਹ ਸਾਰੀ ਖਲਕਤ ਤੇ ਕਿਰਪਾ ਕਰ। ਇਸ ਕਵਿਤਾ ਨਾਲ ਹੀ ਮੈਂ ਰੱਖਿਆ, ਮਾਲਕਾ ਕਰ ਕਿਰਪਾ। ਇਹ ਜੋ ਪੰਜਾਬ ਦੇ ਇਸ ਵਾਲੇ ਹਾਲਾਤ ਆ, ਇਹ ਹਾਲਾਤ ਤੋਂ ਮੁਤਾਸਰ ਹੋ ਕੇ ਸਾਰੀ ਮੈਂ ਕਵਿਤਾ ਲਿਖੀ ਹੈ। ਬਾਕੀ ਸਾਰਾ ਜੋ ਕਵਿਤਾ ਦੇ ਵਿੱਚ ਲਿਖਿਆ ਤੁਸੀਂ ਜੋ ਸੁਣੋਗੇ ਤਾਂ ਆਪ ਜੀ ਨੂੰ ਸਮਝ ਲੱਗ ਜਾਏਗਾ। ਬਿਲਕੁਲ ਜੀ। ਤੇ ਦੋਸਤੋ, ਵਾਕਿਆ ਹੀ ਜੋ ਪੰਜਾਬ ਦੇ ਹਾਲਾਤ ਨੇ ਉਹ ਤਰਸਯੋਗ ਹੈ। ਅਸੀਂ ਉੱਥੇ ਰਹਿ ਕੇ ਦੇਖਿਆ ਹੈ, ਔਰ ਖਾਸ ਕਰਕੇ ਜਦੋਂ ਇਹ ਪਾਣੀ ਉੱਥੇ ਚੱਲ ਰਿਹਾ ਸੀ ਉਸ ਟਾਈਮ 'ਤੇ ਮੈਂ ਉੱਥੇ ਹੀ ਸੀ। ਉੱਥੇ ਕੀ ਸੀ, ਗੱਡੀ ਦੇ ਉੱਪਰ ਇਸ ਤਰ੍ਹਾਂ ਘਿਰਿਆ ਹੋਇਆ ਸੀ ਕਿ 4 ਚੁਫੇਰੇ ਪਾਣੀ ਸੀਗਾ ਤੇ ਵਿੱਚ ਮੇਰੀ ਗੱਡੀ ਸੀ, ਔਰ ਇਹ ਸੋਚ ਰਹੇ ਕਿ ਕਿਤੇ ਪਾਣੀ ਗੱਡੀ ਨੂੰ ਆਪਣੇ ਨਾਲ ਹੀ ਨਾ ਰੋੜ ਕੇ ਲੈ ਜਾਵੇ। ਬਟ ਬੁਰੇ ਹਾਲਾਤ ਸੀਗੇ, ਔਰ ਉਹਨਾਂ ਬੁਰੇ ਹਾਲਾਤਾਂ ਦੀ ਜੋ ਸੰਵੇਦਨਸ਼ੀਲਤਾ ਹੈ ਉਸ ਨੂੰ ਸਰਦਾਰ ਪਰਮਿੰਦਰ ਸਿੰਘ ਜੀ ਹੇਰ ਸਾਹਿਬ ਨੇ ਕਿਸ ਤਰ੍ਹਾਂ ਆਪਣੀ ਕਲਮ ਦੇ ਨਾਲ ਕਲਮਬੱਧ ਕੀਤਾ ਹੈ। ਉਹਨਾਂ ਦੇ ਬੋਲਾਂ ਦੇ ਵਿੱਚੋਂ ਕਿਸ ਤਰ੍ਹਾਂ ਇਹ ਕਵਿਤਾ ਵਿੱਚ ਪੰਜਾਬ ਦੇ ਉਹਨਾਂ ਲੋਕਾਂ ਦਾ ਦਰਦ ਝਲਕਦਾ ਹੈ। ਆਓ ਆਪਾਂ ਸੁਣਦੇ ਹਾਂ ਤੇ ਫਿਰ ਕਰਾਂਗੇ ਖੂਬ ਸਾਰੀਆਂ ਗੱਲਾਂ ਸਰਦਾਰ ਪਰਮਿੰਦਰ ਸਿੰਘ ਜੀ ਹੇਰ ਸਾਹਿਬ ਦੇ ਨਾਲ। ਜੰਤ ਮਨੁੱਖ ਵੀ ਤੇਰੇ, ਸੁਖ ਵੀ ਤੇਰੇ ਦੁੱਖ ਵੀ ਤੇਰੇ।
ਮਚ ਗਈ ਹਾਹਾਕਾਰ, ਮਾਲਕਾ ਕਰ ਕਿਰਪਾ, ਤੂੰ ਦਾਤਾ ਬਖਸ਼ਣਹਾਰ, ਮਾਲਕਾ ਕਰ ਕਿਰਪਾ, ਤੂੰ ਦਾਤਾ ਬਖਸ਼ਣਹਾਰ, ਮਾਲਕਾ ਕਰ ਕਿਰਪਾ। ਪੰਜ ਦਰਿਆਵਾਂ ਦੀ ਧਰਤੀ ਅੱਜ ਤੈਨੂੰ ਪਈ ਪੁਕਾਰੇ, ਧਰਮ ਦੀ ਕਿਰਤ ਕਮਾਵਣ ਵਾਲੇ ਮੇਰੇ ਪੁੱਤ ਪਿਆਰੇ। ਪੰਜ ਦਰਿਆਵਾਂ ਦੀ ਧਰਤੀ ਅੱਜ ਤੈਨੂੰ ਪਈ ਪੁਕਾਰੇ, ਧਰਮ ਦੀ ਕਿਰਤ ਕਮਾਵਣ ਵਾਲੇ ਮੇਰੇ ਪੁੱਤ ਪਿਆਰੇ। ਸੱਚੇ ਸੌਦੇ ਦੇ ਵਾਰਸ ਅੱਜ ਰੋਟੀ ਤੋਂ ਲਾਚਾਰ, ਮਾਲਕਾ ਕਰ ਕਿਰਪਾ, ਤੂੰ ਦਾਤਾ ਬਖਸ਼ਣਹਾਰ, ਮਾਲਕਾ ਕਰ ਕਿਰਪਾ, ਤੂੰ ਦਾਤਾ ਬਖਸ਼ਣਹਾਰ, ਮਾਲਕਾ ਕਰ ਕਿਰਪਾ। ਚੋਗਾ ਲੈ ਕੇ ਮੁੜੇ ਨ ਪੰਛੀ ਬੋੜ ਉਡੀਕਾ ਕਰਦੇ, ਦਰਿਆਵਾਂ ਦੇ ਹੜ ਵਿੱਚ ਹੜ ਕੇ ਬੇਜ਼ੁਬਾਨੇ ਮਰਦੇ। ਮੁੜੇ ਨ ਪੰਛੀ ਚੋਗਾ ਲੈ ਕੇ ਬੋੜ ਉਡੀਕਾ ਕਰਦੇ, ਦਰਿਆਵਾਂ ਦੇ ਹੜ ਵਿੱਚ ਹੜ ਕੇ ਬੇਜ਼ੁਬਾਨੇ ਮਰਦੇ। ਡੁੱਬ ਗਏ ਘਰ ਛੱਤਾਂ ਤੇ ਬੈਠੇ ਲੋਕੀ ਕਰਨ ਪੁਕਾਰ, ਮਾਲਕਾ ਕਰ ਕਿਰਪਾ, ਕਰ ਕਿਰਪਾ, ਤੂੰ ਦਾਤਾ ਬਖਸ਼ਣਹਾਰ, ਮਾਲਕਾ ਕਰ ਕਿਰਪਾ, ਤੂੰ ਦਾਤਾ ਬਖਸ਼ਣਹਾਰ, ਮਾਲਕਾ ਕਰ ਕਿਰਪਾ। ਪਰ ਨਨਕਾਣੇ ਵਾਲਿਆ ਤੇਰੀ ਸਿੱਖੀ ਤੋਂ ਬਲਿਹਾਰੇ, ਭੀੜ ਬਣੀ ਤਾਂ ਸੇਵਾ ਪੰਥੀ ਤੁਰ ਪਏ ਦੇਣ ਸਹਾਰੇ। ਪਰ ਨਨਕਾਣੇ ਵਾਲਿਆ ਤੇਰੀ ਸਿੱਖੀ ਤੋਂ ਬਲਿਹਾਰੇ, ਭੀੜ ਬਣੀ ਤਾਂ ਸੇਵਾ ਪੰਥੀ ਤੁਰ ਪਏ ਦੇਣ ਸਹਾਰੇ। ਵੀਰਾਂ ਦੀ ਜ਼ਿੰਦਗੀ ਲਈ ਦਿੱਤਾ ਮੌਤ ਦਾ ਖੌਫ ਵਸਾਰ, ਮਾਲਕਾ ਕਰ ਕਿਰਪਾ, ਤੂੰ ਦਾਤਾ ਬਖਸ਼ਣਹਾਰ, ਮਾਲਕਾ ਕਰ ਕਿਰਪਾ, ਤੂੰ ਦਾਤਾ ਬਖਸ਼ਣਹਾਰ, ਮਾਲਕਾ ਕਰ ਕਿਰਪਾ। ਕੁਦਰਤ ਅੱਗੇ ਜ਼ੋਰ ਨਹੀਂ ਪਰ ਆਪਣਾ ਫਰਜ਼ ਨਿਭਾਈਏ, ਆਫਤ ਦੀ ਮਾਰੀ ਖਲਕਤ ਦਾ ਰਲ ਕੇ ਦਰਦ ਵੰਡਾਈਏ। ਕੁਦਰਤ ਅੱਗੇ ਜ਼ੋਰ ਨਹੀਂ ਪਰ ਆਪਣਾ ਫਰਜ਼ ਨਿਭਾਈਏ, ਆਫਤ ਦੀ ਮਾਰੀ ਖਲਕਤ ਦਾ ਰਲ ਕੇ ਦਰਦ ਵੰਡਾਈਏ। ਢੇਰ ਕਰੂ ਜਗ ਚੇਤੇ ਕੀਤੀ ਨੇਕੀ ਦੇ ਉਪਕਾਰ, ਮਾਲਕਾ ਕਰ ਕਿਰਪਾ, ਤੂੰ ਦਾਤਾ ਬਖਸ਼ਣਹਾਰ, ਮਾਲਕਾ ਕਰ ਕਿਰਪਾ, ਤੂੰ ਦਾਤਾ ਬਖਸ਼ਣਹਾਰ, ਮਾਲਕਾ ਕਰ ਕਿਰਪਾ, ਤੂੰ ਦਾਤਾ ਬਖਸ਼ਣਹਾਰ, ਮਾਲਕਾ ਕਰ ਕਿਰਪਾ। Guru Nanak 5th Centenary School, Mussoorie, a residential school for boys and girls with modern infrastructure and state-of-art facility, is managed by a group of global visionaries. Nurturing your child to be the extraordinary by focusing on blended learning, professional training, sports and adventure, flip classes along with e-learning and latest teaching methodology. A citadel of knowledge and spiritual growth. GNFCS, building future leaders to transform the world, rising with the dawn, reaching out into new horizons. ਦੋਸਤੋ ਕਹਿੰਦੇ ਨੇ ਕਿ ਕਵਿਤਾ ਕਿਸੇ ਕਵੀ ਦੇ ਅੰਦਰ ਝਾਕਣ ਦਾ ਦਰਵਾਜ਼ਾ ਹੁੰਦਾ ਹੈ, ਕਿਉਂਕਿ ਉਹਦੇ ਜੋ ਵਲਵਲੇ ਹੈ ਉਹ ਕਵਿਤਾ ਰਾਹੀਂ ਬਾਹਰ ਆਉਂਦੇ ਹੈ ਤੇ ਉਹੀ ਵਲਵਲੇ ਅਸੀਂ ਉੱਥੋਂ ਸੁਣਦੇ ਹਾਂ, ਸਮਝਦੇ ਹਾਂ ਔਰ ਉਹਨਾਂ ਨੂੰ ਅਸੀਂ ਮਹਿਸੂਸ ਕਰਦੇ ਹਾਂ। ਦੂਸਰਿਆਂ ਦਾ ਦਰਦ ਮਹਿਸੂਸ ਕਰਾਉਣਾ ਹੀ ਕਵੀ ਦੀ ਖਾਸੀਅਤ ਹੁੰਦੀ ਹੈ, ਕਿਉਂਕਿ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਦ ਲਿਖੀ ਹੋਈ ਬਾਣੀ ਪੜ੍ਹਦਾ ਹਾਂ ਤੇ ਉਹਦੇ ਵਿੱਚੋਂ ਉਸ ਵੇਲੇ ਜਦ ਬਾਬਰ ਨੇ ਲਾਹੌਰ ਦੇ ਅੰਦਰ ਕਤਲੋਗਾਰਤ ਮਚਾਈ ਸੀ ਤੇ ਉਹਦਾ ਬੜਾ ਵੱਡਾ ਇੱਕ ਬਿਰਤਾਂਤ ਸਾਡੇ ਸਾਹਮਣੇ ਆਉਂਦਾ ਹੈ ਕਿ ਕਿਸ ਤਰ੍ਹਾਂ ਗੁਰੂ ਜੀ ਨੇ
ਉਸ ਬਿਰਤਾਂਤ ਨੂੰ ਬਿਆਨ ਕੀਤਾ, ਕਿਸ ਤਰ੍ਹਾਂ ਉਹਨਾਂ ਹੰਢਾਇਆ। ਤੇ ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਕਵੀ ਬੜਾ ਕੋਮਲ ਦਿਲ ਹੁੰਦਾ ਹੈ, ਤੇ ਕੋਮਲ ਦਿਲ ਕਵੀ ਦੀਆਂ ਕੋਮਲ ਕਵਿਤਾਵਾਂ ਨੇ ਜਿਹੜੀਆਂ ਉਹੀ ਲੋਕਾਂ ਦੇ ਹਿਰਦਿਆਂ ਤੇ ਅਸਰ ਕਰਦੀਆਂ। ਤੇ ਅੱਜ ਸਾਡੇ ਨਾਲ ਨੇ ਪਰਵਿੰਦਰ ਸਿੰਘ ਜੀ ਹੇਰ, ਜਿਨ੍ਹਾਂ ਦੀਆਂ ਤੁਸੀਂ ਕਵਿਤਾਵਾਂ ਸੁਣ ਰਹੇ ਹੋ, ਤੇ ਉਹਨਾਂ ਦੇ ਨਾਲ ਹੀ ਅਸੀਂ ਕਰ ਰਹੇ ਹਾਂ ਗੱਲਾਂ, ਔਰ ਉਹਨਾਂ ਤੋਂ ਅਸੀਂ ਜਾਣ ਰਹੇ ਹਾਂ ਉਹ ਸਾਰੀਆਂ ਚੀਜ਼ਾਂ। ਤੇ ਵੀਰ ਜੀ, ਰੇਡੀਓ ਖੁਸ਼ੀ ਦੇ ਤੁਹਾਡਾ ਫਿਰ ਤੋਂ ਸਵਾਗਤ ਪਰਵਿੰਦਰ ਸਿੰਘ ਜੀ ਹੇਰ ਸਾਹਿਬ। ਅੱਜ ਤੁਹਾਡੀ ਕਵਿਤਾ ਸੁਣੀ ਹੈ, ਬਹੁਤ ਵਧੀਆ ਹੈ ਕਿ ਮਾਲਕਾ ਕਰ ਕਿਰਪਾ। ਔਰ ਇਸ ਕਵਿਤਾ 'ਚ ਤੁਸੀਂ ਇੱਕ ਸੰਵੇਦਨਾ ਰੱਖੀ ਹੋਈ ਹੈ। ਤੇ ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹਾਂਗਾ ਕਿ ਇੱਕ ਕਵੀ ਦਾ ਹਿਰਦਾ ਜੋ ਇੰਨਾ ਕੋਮਲ ਹੁੰਦਾ ਹੈ, ਉਹ ਕੋਮਲ ਹਿਰਦੇ ਜਿਹੜੇ ਹੈ ਉਹਨਾਂ ਦੇ ਕਿਸ ਤਰ੍ਹਾਂ ਦੇ ਪ੍ਰਭਾਵ ਰਹਿੰਦੇ ਆ? ਕਿਉਂਕਿ ਕਵਿਤਾ ਕਹਿੰਦੇ ਆ ਬੜਾ ਵੱਡਾ ਪ੍ਰਭਾਵ ਲੋਕਾਂ ਤੇ ਛੱਡ ਜਾਂਦੀ ਹੈ, ਤੇ ਕਵੀ ਨੂੰ ਕੋਮਲ ਹੋਣਾ ਕਿੰਨਾ ਕੁ ਜ਼ਰੂਰੀ ਹੈ? ਵੀਰ ਜੀ, ਭਾਵਨਾਵਾਂ ਕਵੀ ਵਾਸਤੇ ਬਹੁਤ ਜ਼ਰੂਰੀ ਨੇ, ਪਰ ਮੈਂ ਇਹ ਵੀ ਕਹਿ ਸਕਦਾ ਕਿ ਪੱਥਰ ਦਿਲ ਇਨਸਾਨ ਕਵੀ ਕਦੀ ਬਣ ਹੀ ਨਹੀਂ ਸਕਦਾ। ਕਵੀ ਬਣ ਨਹੀਂ ਸਕਦਾ। ਉਹ ਤਾਂ ਔਰੰਗਜ਼ੇਬ ਵਾਂਗੂ ਸੰਗੀਤ ਨੂੰ ਦੱਬ ਸਕਦਾ, ਆਪਣੀ ਭੈਣ ਨੂੰ ਮਾਰ ਸਕਦਾ ਵੀ ਤੂੰ ਮਤਲਬ ਸੰਗੀਤ ਨਹੀਂ ਸਿੱਖਣਾ। ਕਵੀ ਦਾ ਨਾਂ ਹੀ ਆ ਬਿਲਕੁਲ ਕੋਮਲ ਹੋਵੇ ਉਹ, ਕਿਉਂਕਿ ਕਵਿਤਾ ਦਾ ਸਰੀਰ ਜੋ ਹੈ ਉਹ ਛੰਦਬੰਦੀ ਹੈ, ਪਰ ਜੋ ਉਹਦਾ ਮਨ ਹੈ ਉਹ ਭਾਵ ਹੀ ਹੈ। ਜੇ ਕਵੀ ਦੇ ਵਿੱਚ ਭਾਵ ਨਹੀਂ ਤੇ ਭਾਵ ਤਾਂ ਹੋਣਗੇ ਜੇ ਉਹਦੇ ਕੋਲ ਭਾਵਨਾਵਾਂ ਹੋਣਗੀਆਂ। ਭਾਵਨਾਵਾਂ ਕੀ ਨੇ? ਕਿਸੇ ਦਾ ਦੁੱਖ ਮਹਿਸੂਸ ਕਰਨਾ, ਕਿਸੇ ਦੇ ਅਥਰੂ ਵੇਖ ਕੇ ਤੁਹਾਡੀਆਂ ਅੱਖਾਂ 'ਚ ਅਥਰੂ ਆ ਜਾਣ, ਉਹ ਭਾਵਨਾ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ। ਜਦੋਂ ਤੁਸੀਂ ਦੂਜੇ ਦੇਖੋ, ਕਵੀ ਦਾ ਭਾਵਕ ਹੋਣਾ, ਕਵੀ ਦਾ ਭਾਵਾਂ ਨਾਲ ਭਰਪੂਰ ਹੋਣਾ ਬਹੁਤ ਜ਼ਰੂਰੀ, ਤਾਂ ਹੀ ਕਵਿਤਾ ਲਿਖ ਸਕਦਾ ਹੈ। ਕਿਉਂਕਿ ਬੜੀਆਂ ਕਈ ਵਾਰ ਉਡਾਰੀਆਂ ਲਾਉਣੀਆਂ ਪੈਂਦੀਆਂ, ਤੁਹਾਨੂੰ ਅਗਲੀ ਕਵਿਤਾ 'ਚ ਮੈਂ ਇਹਦੇ ਬਾਰੇ ਦੱਸਾਂਗਾ ਕਿ ਕਵੀ ਨੂੰ ਭਾਵਨਾ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਵਾਰ ਬਹੁਤ ਕੁਝ ਇਮੈਜਿਨ ਕਰਨਾ ਪੈਂਦਾ ਕਵੀ। ਜੇ ਉਹ ਕਵੀ ਕਾਮ ਉਡਾਰੀ ਨਹੀਂ ਲਾਵੇਗਾ, ਸੋਚੇਗਾ ਨਾ। ਮੈਂ ਕਈ ਵਾਰ ਬਾਹਰ ਸੈਰ ਵਾਸਤੇ ਸਵੇਰੇ ਜਾਣਾ ਤੇ ਮੇਰੀਆਂ ਕਈ ਵਾਰ ਸੈਰ ਹੀ ਸਲੋ ਹੋ ਜਾਂਦੀ ਹੈ, ਕਿ ਮੇਰੀ ਉਹ ਭਾਵਨਾ ਉੱਧਰ ਉੱਡ ਜਾਂਦੀ ਕਈ ਵਾਰੀ ਕਿ ਹਾਂ ਮੈਂ ਇਸ ਚੀਜ਼ ਨੂੰ ਕਿੱਦਾਂ ਲਿਖਾਂ। ਭਾਵਨਾ ਹੋਣੀ ਕਵੀ ਦੇ ਵਿੱਚ ਜ਼ਰੂਰ ਹੈ, ਨਹੀਂ ਤਾਂ ਕਵੀ ਪੱਥਰ ਹੈ ਇਨਸਾਨ। ਨਹੀਂ ਤੇ ਉਹ ਕਵਿਤਾ ਨਹੀਂ ਲਿਖ ਸਕਦਾ, ਔਰ ਜੋ ਮਰਜ਼ੀ ਹੋਵੇ। ਔਰ ਕਿਉਂਕਿ ਉਹ ਮਸਕੀਨ ਸਾਹਿਬ ਵੀ ਆਪਣੀ ਕਥਾ 'ਚ ਕਹਿੰਦੇ ਹੁੰਦੇ ਸੀ ਕਿ ਕਵੀ ਹੈ ਜਿਹੜਾ ਇਹ ਫੁੱਲ ਵਰਗਾ ਹੁੰਦਾ ਹੈ, ਤੇ ਜਿਹੜੇ ਬਾਦਸ਼ਾਹ ਹੁੰਦੇ ਨੇ ਉਹ ਪੱਥਰ ਵਰਗੇ ਹੁੰਦੇ ਆ। ਪੱਥਰ ਜੇ ਕਿਤੇ ਫੁੱਲ ਤੇ ਵੱਜੇ ਤੇ ਫੁੱਲ ਦਾ ਕੁਛ ਬਚੇਗਾ ਨਹੀਂ, ਪਰ ਫੁੱਲ ਜੇ ਪੱਥਰ ਦੇ ਪਏ ਤੇ ਪੱਥਰ ਦਾ ਕੁਝ ਵਿਗੜੇਗਾ ਨਹੀਂ। ਮਤਲਬ ਕਿ ਅੱਜ ਤੱਕ ਤੁਸੀਂ ਜਿਵੇਂ ਔਰੰਗਜ਼ੇਬ ਦੀ ਗੱਲ ਕੀਤੀ, ਉਹਨੇ ਪਤਾ ਹੀ ਨਹੀਂ ਕਿੰਨੇ ਕਿ ਇਸ ਤਰ੍ਹਾਂ ਦੇ ਫੁੱਲ ਹੈ ਜਿਹੜੇ ਉਹ ਮਸਲੇ ਹੋਣਗੇ, ਕਵਿਤਾਵਾਂ ਨੂੰ ਜਿਹੜਾ ਉਹ ਖਤਮ ਕੀਤਾ ਹੋਏਗਾ। ਤੇ ਵੀਰ ਜੀ, ਇੱਕ ਚੀਜ਼ ਹੋਰ ਵੀ ਆਉਂਦੀ ਹੈ, ਇੱਕ ਦੌਰ ਹੁੰਦਾ ਹੈ, ਕਹਿੰਦੇ ਆ ਕੋਈ ਦੌਰ ਐਸਾ ਸੀ ਆਜ਼ਾਦੀ ਦੇ ਆਸ-ਪਾਸ ਦਾ ਕਿ ਜਦੋਂ ਸਾਰੇ ਪਾਸੇ ਕਵਿਤਾ ਦਾ ਬੜਾ ਖੂਬ ਬੋਲਬਾਲਾ ਹੁੰਦਾ ਸੀ। ਉਸ ਸਮੇਂ 'ਚ ਬੜੇ ਵੱਡੇ ਵੱਡੇ ਕਵੀ ਹੁੰਦੇ ਸਨ। ਅੱਜ ਕੀ ਤੁਹਾਨੂੰ ਨਹੀਂ ਲੱਗਦਾ ਕਿ ਥੋੜ੍ਹਾ ਜਿਹੜਾ ਹੈ ਪੰਜਾਬੀਆਂ ਦਾ ਕਵਿਤਾਵਾਂ ਵੱਲੋਂ ਮੋਹ ਭੰਗ ਹੋਇਆ? ਕਿਉਂਕਿ ਹੁਣ ਨਾ ਤੇ ਸਾਡੇ ਸਿੰਘ ਸਭਾਵਾਂ 'ਚ ਸ਼ਾਇਦ ਜਿੱਥੇ ਕਿ ਪਿੰਡਾਂ ਵਾਲੇ ਵੀਰ ਰਹਿੰਦੇ ਆ, ਖਾਸ ਕਰਕੇ ਮੈਨੂੰ ਕਹਿਣਾ ਪਊ ਸ਼ਹਿਰਾਂ ਦੀ ਗੱਲ ਕਰਾਂ ਜਾਂ ਬੰਬੇ ਦੀ ਅਸੀਂ ਗੱਲ ਕਰ ਲਈਏ, ਤੇ ਨਿਊ ਮੁੰਬਈ ਹੈ ਜਿਹੜੀ, ਉੱਥੇ ਤਾਂ ਸ਼ਾਇਦ ਢਾਡੀ ਕਵੀਸ਼ਰ ਕਵੀ ਉਹਨਾਂ ਨੂੰ ਸਥਾਨ ਮਿਲਦਾ ਹੈਗਾ, ਪਰ ਹੋਰ ਜਗ੍ਹਾ ਤੇ ਇਹਨਾਂ ਦਾ ਕਿਆ ਘਟਿਆ ਨਹੀਂ ਲੱਗਦਾ ਪਹਿਲਾਂ ਨਾਲੋਂ? ਕਵੀਆਂ ਦੇ ਵਾਸਤੇ ਕਿਹੋ ਜਿਹੀ ਸਥਿਤੀ ਦੇਖਦੇ ਹੋ ਤੁਸੀਂ? ਕਵੀ ਦਰਬਾਰ ਪਹਿਲਾਂ ਜਿੰਨੇ ਨਹੀਂ ਹੁੰਦੇ। ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ। ਗੁਰੂ ਮਹਾਰਾਜ ਨੇ ਕਵੀਸ਼ਰ ਵੀ ਦਿੱਤੇ ਨੇ ਸਾਨੂੰ, ਕਵੀ ਵੀ ਰੱਖੇ ਸੀਗੇ ਪੌਂਟਾ ਸਾਹਿਬ ਉਹਨਾਂ ਨੇ ਜੀ, ਬਹੁਤ ਹੀ। ਔਰ ਗੁਰੂ ਮਹਾਰਾਜ ਦੀ ਆਪਣੀ ਜੋ ਲਿਖਤ ਹੈ ਉਹ ਵੀ ਕਾਵਿ ਰਚਨਾ ਬਹੁਤ ਉੱਚੀ ਹੈ। ਸਾਡੇ ਮਹਾਨ ਕਵੀਸ਼ਰ ਨੇ ਜੋਗਾ ਸਿੰਘ ਦੇ ਸ਼ਾਗਿਰਦ ਗੁਰਮੁਖ ਸਿੰਘ ਜੀ MA, ਉਹਨਾਂ ਨੇ ਇੱਕ ਵਾਰ ਦੱਸਿਆ ਸੀ ਕਿ ਮੈਂ MA 'ਚ ਪੜ੍ਹਦਾ ਸਾਂ ਤਾਂ ਜੋ ਚੰਡੀ ਵਾਰ ਲਿਖਤ ਹੈ ਗੁਰੂ ਗੋਬਿੰਦ ਸਿੰਘ ਜੀ, ਉਹ ਵੀਰ ਰਸ ਦੇ ਵਿੱਚ ਸਾਰੀ ਦੁਨੀਆ ਦੀਆਂ ਕਾਵਿ ਰਚਨਾਵਾਂ ਦੇ ਉੱਪਰ ਰੱਖੀ ਗਈ ਹੈ ਜੀ। ਦੇਖੋ ਉਹ ਕਾਵਿ ਰਚਨਾ ਇਸ ਤਰ੍ਹਾਂ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੀਤੀ ਹੈ। ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਤੁਸੀਂ ਛੰਦ ਵੇਖੋਗੇ, ਏਕ ਕਰੀ ਛੰਦ, ਦੂਸਰੇ ਛੰਦ ਜਾਪ ਸਾਹਿਬ ਦੇ ਵਿੱਚ ਕਿੰਨੇ ਤਰ੍ਹਾਂ ਦੇ ਛੰਦ। ਬਿਲਕੁਲ ਬਿਲਕੁਲ ਜੀ। ਇੱਕ ਤਾਂ ਸਾਡੀ ਮਿਹਨਤ ਖਤਮ ਹੋ ਗਈ, ਕੋਈ ਮਿਹਨਤ ਕਰਨਾ ਚਾਹੁੰਦਾ ਨਹੀਂ ਜੀ। ਦੂਸਰਾ ਸਾਨੂੰ ਪ੍ਰੇਰਨਾ ਵੀ ਘੱਟ ਹੋ ਗਈ ਹੈ।
ਤੀਸਰਾ, ਅਸੀਂ ਕੋਈ ਅੱਛਾ ਕਵੀ ਬੋਲ ਰਿਹਾ ਵੀ ਉਹਨੇ ਬਹੁਤ ਵਧੀਆ ਬੋਲਿਆ, ਭਾਈ ਕੀ ਬੋਲਿਆ ਉਹ ਨਹੀਂ ਪਤਾ ਕੀ ਬੋਲਿਆ। ਅੱਜ ਕੱਲ ਜ਼ਮਾਨਾ ਆ ਗਿਆ ਮਿਊਜ਼ਿਕ ਦਾ। ਮੈਂ ਉਦਾਸੀ ਕਵਿਤਾ ਸਪੈਸ਼ਲ ਮੰਗਾਈ ਸੀ, ਸੰਤਰਾਮ ਉਦਾਸੀ, ਸ਼ਾਇਦ ਆਪਨੇ ਸੁਣਿਆ ਹੋਵੇਗਾ ਨਾਮ, ਬਹੁਤ ਮਸ਼ਹੂਰ ਨਾਮ ਸੀ ਸੰਤਰਾਮ ਉਦਾਸੀ। ਹਾਂਜੀ, ਕਾਮਰੇਡ ਬੰਦਾ ਸੀ, ਉਹ ਸਟੇਜਾਂ ਤੇ ਗਾਉਂਦਾ ਹੁੰਦਾ ਸੀਗਾ। ਉਦੋਂ ਲੋਕਾਂ ਦੇ ਕਾਮਰੇਡਾਂ ਦੇ ਵੇਲੇ ਮੈਂ ਵੀ ਸੁਣਦਾ ਰਿਹਾ ਜਾ ਕੇ ਸਟੇਜਾਂ ਦੇ ਉੱਤੇ। ਉਦੋਂ ਲੋਕੀ ਬਹੁਤ ਸ਼ੌਕ ਨਾਲ ਰਾਤ ਨੂੰ ਬੈਠ ਕੇ ਸੁਣਦੇ ਹੁੰਦੇ ਸੀ। ਹਾਂਜੀ, ਅੱਜ ਕੱਲ ਉਹ ਲੋਕਾਂ ਇੱਕ ਰੁਝੇਵੇ ਵੱਧ ਗਏ ਨੇ। ਲੋਕਾਂ ਦੀ ਜ਼ਿੰਦਗੀ ਦਾ ਜੋ ਤੌਰ ਤਰੀਕਾ ਹੈ ਅੱਜ ਕੱਲ, ਮੇਰੇ ਹਿਸਾਬ ਨਾਲ ਕੋਈ ਚੰਗਾ ਕਵੀ ਲੱਗਾ ਹੋਵੇ ਤੇ ਅੱਧ ਤੋਂ ਜ਼ਿਆਦਾ ਲੋਕ ਉਦੋਂ ਮੋਬਾਈਲ ਹੀ ਵੇਖੀ ਜਾਂਦੇ ਹੁੰਦੇ, ਫੇਸਬੁੱਕ ਤੇ ਕੀ ਚੱਲ ਰਿਹਾ। ਬਿਲਕੁਲ ਜੀ, ਰੁਝਾਨ ਸਾਡਾ ਐਂਟਰਟੇਨਮੈਂਟ ਬਹੁਤ ਜ਼ਿਆਦਾ ਹੋ ਗਿਆ। ਤੇ ਹੁਣ ਜਿੱਦਾਂ ਪਹਿਲਾਂ ਅਖਾੜੇ ਲੱਗਦੇ ਸਨ, ਉਹਦੇ ਵਿੱਚ ਲੋਕ ਕਿੱਸੇ ਗਾਉਂਦੇ ਸਨ ਜਾਂ ਹੋਰ ਵੀ ਚੰਗੀਆਂ ਚੀਜ਼ਾਂ ਗਾਉਂਦੇ ਸਨ। ਅੱਜ ਕੱਲ ਜ਼ਿਆਦਾ ਕਰਕੇ ਮੇਰੇ ਹਿਸਾਬ ਨਾਲ ਮਿਊਜ਼ਿਕ ਪ੍ਰਧਾਨ ਜ਼ਿਆਦਾ ਹੋ ਗਿਆ। ਹਾਂ, ਬੋਲ ਭਾਵ ਚਰਨ ਲਖਾਰੀ ਇੱਕਦਮ ਦੱਸ ਰਿਹਾ ਸੀਗਾ, ਚਰਨ ਲਖਾਰੀ ਦਾ ਨਾਮ ਤੁਸੀਂ ਸੁਣਿਆ ਹੋਣਾ ਵਾ, ਜਿਹਨੇ ਬਹੁਤ ਚੰਗੇ ਗੀਤ ਪੰਜਾਬ ਦੀ ਝੋਲੀ ਚ ਪਾਏ ਆ। ਉਹ ਕਹਿ ਰਿਹਾ ਸੀ ਕਿ ਮੈਂ ਚੰਗੇ ਚੰਗੇ ਹਿੱਟ ਗੀਤ ਵੀ ਦੇਖਦਾ ਵਾ ਜਿਨ੍ਹਾਂ ਦੇ ਕਾਫੀਏ ਤੇ ਰਦੀਫ ਨਹੀਂ ਰਲਦੀ। ਬਿਲਕੁਲ, ਸਾਡੀ ਜੋ ਮਿਹਨਤ ਮੁੱਕ ਗਈ ਆ ਗੀਤਕਾਰਾਂ ਦੇ ਵਿੱਚ, ਉਹ ਮਿਹਨਤ ਮੁੱਕ ਗਈ। ਉਹ ਗੀਤ ਹਿੱਟ ਨੇ ਪਰ ਜਦੋਂ ਉਹਨੂੰ ਆਪਾਂ ਕਾਲ ਦੀ ਤੱਕੜੀ ਤੇ ਤੋਲਦੇ ਆ ਉਹ ਕਿਸੇ ਵੀ ਦਰਜੇ ਵਿੱਚ ਨਹੀਂ ਆਉਂਦੇ। ਜੀ ਬਿਲਕੁਲ, ਸਾਡੀ ਮਿਹਨਤ ਖਤਮ ਹੋ ਗਈ ਹੌਲੀ ਹੌਲੀ। ਅੱਜ ਅਸੀਂ ਜੇ ਕਹੀਏ ਵਾਰਿਸ ਸਾਹਿਬ ਵਰਗਾ ਕੋਈ ਬੈਤ ਲਿਖ ਦੇਵੇ ਜਾਂ ਸ਼ਾਹ ਮੁਹੰਮਦ ਵਰਗੀ ਚੀਜ਼ ਲਿਖ ਦੇਵੇ ਤੇ ਉਹ ਬਹੁਤ ਮੁਸ਼ਕਲ ਹੈ। ਬਿਲਕੁਲ, ਹੁਣ ਇਹ ਹੋ ਗਿਆ ਨਾ ਕਿ ਸੁਣਾਉਣ ਨਾਲੋਂ ਜ਼ਿਆਦਾ ਧਿਆਨ ਵਿਖਾਉਣ ਵੱਲ ਲੱਗਾ ਹੋਇਆ ਕਿ ਅਸੀਂ ਵਿਖਾਉਣਾ ਕੀ ਹੈ, ਸੁਣਾਉਣਾ ਕੀ ਹੈ, ਇਹ ਤੇ ਖਤਮ ਹੀ ਹੋ ਗਿਆ। ਇਸੇ ਕਰਕੇ ਹੀ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਹੋਰ ਪਾਈਆਂ ਗਈਆਂ ਨੇ ਕਿਉਂਕਿ ਉਹ ਜੋ ਮਨ ਦਾ ਭਟਕਾਓ ਹੈ ਉਹ ਹੋਰ ਵੱਧ ਗਿਆ ਹੋਇਆ ਹੈ ਤੇ ਇਹ ਸਾਰਿਆਂ ਤੋਂ ਵੱਡੀਆਂ ਮੁਸੀਬਤਾਂ ਹੋ ਗਈਆਂ ਨੇ। ਤੇ ਹੁਣ ਅਸੀਂ ਤੁਹਾਡੀ ਇੱਕ ਕਵਿਤਾ ਹੈ ਜਿਹੜੀ ਉਹ ਸੁਣਾਉਣੀ ਹੈ, ਕਰਦਾ ਏ ਮਾਣ ਬਸੰਤ ਦਾ। ਤੇ ਇਹ ਜਿਹੜੀ ਕਵਿਤਾ ਤੁਸੀਂ ਲਿਖੀ ਕਰਦਾ ਏ ਮਾਣ ਬਸੰਤ ਦਾ, ਇਹ ਕਦੋਂ ਲਿਖੀ, ਇਸ ਕਵਿਤਾ ਦੇ ਵਿੱਚ ਕੀ ਹੈ, ਉਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਦੱਸੋ ਕਿ ਪਤਝੜ ਵੀ ਆਉਣੀ ਹੈ। ਇਹ ਕਵਿਤਾ ਦਾ ਕੀ ਭਾਵ ਹੈ, ਇਹ ਆਪਾਂ ਲਿਸਨਰਸ ਨੂੰ ਹੁਣੇ ਸੁਣਾਵਾਂਗੇ ਤੇ ਤੁਸੀਂ ਇਹਦੇ ਬਾਰੇ ਦੱਸੋ ਜੀ। ਇਹ ਕਵਿਤਾ ਜੀ ਮੈਂ ਕਿਸੇ ਘਟਨਾ ਤੋਂ ਮੁਤਾਸਰ ਹੋ ਕੇ ਲਿਖੀ ਸੀ। ਸਾਡੇ ਇੱਥੇ ਇੱਕ ਬਜ਼ੁਰਗ ਸਨ, ਉਹਨਾਂ ਦਾ ਬੇਟਾ ਮਰਚੈਂਟ ਨੇਵੀ ਦੇ ਵਿੱਚ ਸੀਗਾ, ਜਵਾਨ ਜਹਾਨ ਮੁੰਡਾ, ਔਰ ਉਸਨੇ 8 ਦਿਨ ਬਾਅਦ ਡਿਊਟੀ ਤੇ ਜਾਣਾ ਸੀਗਾ। ਮੈਡੀਕਲ ਚੈੱਕਅਪ ਕਰਵਾ ਕੇ ਆਇਆ ਆਪਣਾ, ਔਰ 2 ਦਿਨ ਬਾਅਦ ਡਿਊਟੀ ਤੇ ਜਾਣਾ ਸੀਗਾ। ਅਚਾਨਕ ਉਹਨੂੰ ਅਟੈਕ ਆਇਆ, ਉਸਦੇ ਨਾਲ ਹੀ ਬ੍ਰੇਨ ਹੈਮਰੇਜ ਹੋ ਗਿਆ, ਪੂਰਾ ਸਰੀਰ ਉਹਦਾ ਡੈਮੇਜ ਹੋ ਗਿਆ, ਪੂਰੇ ਅੰਗ ਡੈਮੇਜ ਹੋ ਗਏ। ਉਹ ਬਹੁਤ ਵੱਡਾ ਖਰਚਾ ਕਰਵਾ ਕੇ ਇਸ ਦੁਨੀਆ ਤੋਂ ਤੁਰਦਾ ਬਣਿਆ ਜੀ। ਉਹ ਇੱਕ ਬਜ਼ੁਰਗ ਦਾ ਸਾਡਾ ਬਹੁਤ ਮੇਰੇ ਦੋਸਤ ਦਾ ਪਿਤਾ ਜੀ ਉਹਦਾ ਸਹਾਰਾ ਸੀ। ਤਾਂ ਮੈਂ ਜਦੋਂ ਵੇਖਿਆ ਕਿ ਇਹ ਏਡਾ ਮੁੰਡਾ ਫਿੱਟ ਪਲੇਅਰ ਮੁੰਡਾ, ਔਰ ਜਿਹੜਾ ਕਿ 3 ਦਿਨ ਪਹਿਲਾਂ ਪੂਰਾ ਆਪਣਾ ਮੈਡੀਕਲ ਚੈੱਕ ਕਰਵਾ ਕੇ ਆ ਗਿਆ, ਆਪਣਾ ਸਮਾਨ ਵੀ ਬੰਦ ਕੇ ਜਿਸਨੇ ਰੱਖਿਆ ਸੀ ਜਾਣ ਦੇ ਵਾਸਤੇ, ਉਹ ਦੁਨੀਆ ਤੋਂ ਚਲਾ ਗਿਆ ਜੀ। ਤੇ ਅਸੀਂ ਵੇਖੋ ਕੀ ਕੀ ਬੰਨ ਨੂੰ ਬੰਨੀ ਫਿਰਦੇ ਆਪਣੀ ਜ਼ਿੰਦਗੀ ਦੇ ਬਾਰੇ। ਸਾਡੀ ਮੈਂ ਉਹ ਫਿਰ ਤਾਂ ਹੀ ਲਿਖਿਆ, ਤੇਰੇ ਦੇਖਦੇ ਹੀ ਦੇਖਦੇ ਕਈ ਫੁੱਲ ਜੋ ਮੁਰਝਾ ਗਏ, ਡਾਲੀ ਜੋ ਆਖਰ ਟੁੱਟ ਕੇ ਆਪਣਾ ਵਜੂਦ ਮੁਕਾ ਗਏ ਜੀ। ਇੱਥੇ ਮੈਂ ਉਹੀ ਕਿਹਾ ਕਿ ਬੰਦੇ ਤੂੰ ਕੀ ਕੀ ਸੋਚਦਾ ਵਾ, ਸੂਰਜ ਚੜ੍ਹਦਾ ਵਾ ਉਹ ਡੁੱਬ ਜਾਂਦਾ, ਤੂੰ ਉਹ ਨਹੀਂ ਦੇਖਦਾ। ਤੇਰੀ ਜ਼ਿੰਦਗੀ ਇੱਕ ਫੁੱਲ ਵਰਗੀ ਹੈ, ਜਦੋਂ ਫੁੱਲ ਅੱਜ ਖਿੜਿਆ ਹੈ ਕੱਲ ਉਹਨੇ ਸੁੱਕ ਜਾਣਾ ਹੈ। ਤੇ ਕਿਉਂ ਨਾ ਤੂੰ ਇਸ ਦੁਨੀਆ ਤੋਂ ਮਹਿਕਾ ਵੰਡ ਕੇ ਜਾ, ਜਿੰਨਾ ਚਿਰ ਤੂੰ ਹੈਗਾ ਹੈ ਉਹਨਾਂ ਚਿਰ ਆਪਣਾ ਮਾਣ ਛੱਡਦੇ। ਇੱਕ ਫੁੱਲਾਂ ਵਰਗੀ ਤੇਰੀ ਜ਼ਿੰਦਗੀ ਹੈ, ਤੂੰ ਇਹ ਨਾ ਕਰਕੇ ਮੈਂ ਮੇਰੇ ਤੇ ਪਤਝੜ ਨਹੀਂ ਆਉਣੀ, ਪਤਝੜ ਆ ਜਾਣੀ ਹੈ ਤੇ ਆਪਣੀ ਮਹਿਕ ਨੂੰ ਦੁਨੀਆ 'ਚ ਵੰਡ ਕੇ ਜਾ ਸਾਰਿਆਂ ਨੂੰ। ਇਹ ਮੇਰਾ ਕਵਿਤਾ ਲਿਖਣ ਦਾ ਮੋਟਿਵ ਸੀ। ਅੱਛਾ ਜੀ, ਇੱਕ ਮੈਂ ਛੋਟੀ ਜੀ ਬੇਨਤੀ ਤੁਹਾਨੂੰ ਕਰਨ ਲੱਗਾ ਕਿ ਜੋ ਕਵਿਤਾਵਾਂ ਮੈਂ ਚਲਾ ਰਿਹਾ ਹੈ ਨਾ ਤੁਹਾਡੀਆਂ, ਉਹਨਾਂ ਦੀ ਆਡੀਓ ਥੋੜੀ ਜੀ ਮਤਲਬ ਕਿ ਘੱਟ ਆ ਰਹੀ ਹੈ, ਉਹਨਾਂ ਤੁਹਾਡੀ ਨੋਰਮਲ ਆਡੀਓ ਹੈ ਜਿਹੜੀ ਉਹ ਜ਼ਿਆਦਾ ਆ ਰਹੀ ਹੈ। ਤੇ ਇਹ ਕਵਿਤਾ ਜੇ ਤੁਸੀਂ ਆਪ ਸੁਣਾਓ ਜਾਂ ਮੈਂ ਇੱਥੋਂ ਚਲਾਵਾਂ ਉੱਪਰੋਂ? ਆ ਜਿਹੜੀ ਆ ਮੈਂ ਸੁਣਾ ਦਿੰਦਾ ਜੀ, ਕੋਈ ਗੱਲ ਨਹੀਂ। ਤੁਸੀਂ ਸੁਣਾਓਗੇ ਤੇ ਉਹ ਆਵਾਜ਼ ਫਿੱਟ ਰਹੇਗੀ ਕਿਉਂਕਿ ਉਹ ਤੁਹਾਡੇ ਜੋ ਪਹਿਲੇ ਕਵਿਤਾਵਾਂ ਮੇਰੇ ਕੋਲ ਹਨ ਉਹਨਾਂ ਦੀ ਆਵਾਜ਼ ਥੋੜੀ ਜੀ ਵੋਲੀਅਮ ਲੋ ਹੈ। ਤੇ ਸੁਣਾਓ। ਕੋਈ ਨਹੀਂ ਜੀ, ਮੈਂ ਸੁਣਾ ਰਿਹਾ ਜੀ, ਸੁਣੋ ਜੀ। ਲਓ ਸੁਣੀਏ ਇਹ ਕਵਿਤਾ ਜੀ। ਕਰਦਾ ਏ ਮਾਣ ਬਸੰਤ ਦਾ, ਪਤਝੜ ਵੀ ਆਉਣੀ ਗਾਫਲਾ। ਹਾਂ, ਕਰਦਾ ਏ ਮਾਣ ਬਸੰਤ ਦਾ, ਪਤਝੜ ਵੀ ਆਉਣੀ ਗਾਫਲਾ। ਨਾ ਬੰਨਦਾ ਏ ਬੈਣ ਦੇ ਜਗ ਚਲੋ ਚਲੀ ਦਾ ਕਾਫਲਾ।
ਕਰਦਾ ਏ ਮਾਣ ਬਸੰਤ ਦਾ ਤੇਰੇ ਦੇਖਦੇ ਹੀ ਦੇਖਦੇ ਕਈ ਫੁੱਲ ਜੋ ਮੁਰਝਾ ਗਏ ਡਾਲੀ ਤੋਂ ਆਖਰ ਟੁੱਟ ਕੇ ਆਪਣਾ ਵਜੂਦ ਮੁਕਾ ਗਏ ਵੰਡ ਮਹਿਕ ਸਾਰੇ ਜੱਗ ਨੂੰ ਵੰਡ ਮਹਿਕ ਸਾਰੇ ਜੱਗ ਨੂੰ ਸੁਕਣ ਤੋਂ ਪਹਿਲਾਂ ਗਾਫਲਾ ਨਾ ਬੰਨਦਾ ਏ ਭੈਣ ਦੇ ਜੱਗ ਚਲੋ ਚੱਲੀ ਦਾ ਕਾਫਲਾ ਕਰਦਾ ਏ ਮਾਣ ਬਸੰਤ ਦਾ ਵਾਹ ਜੀ ਚੜ੍ਹਦੇ ਰਵੀ ਨੂੰ ਦੇਖਣਾ ਇਸ ਜੱਗ ਦਾ ਦਸਤੂਰ ਹੈ ਜੋ ਸਭ ਨੂੰ ਰਿਸ਼ਮਾ ਵੰਡਦਾ ਹਰ ਥਾਂ ਤੇ ਜਿਸ ਦਾ ਨੂਰ ਹੈ ਆਖਰ ਨੂੰ ਕਾਲੀ ਰਾਤ ਵੀ ਆਖਰ ਨੂੰ ਕਾਲੀ ਰਾਤ ਵੀ ਆ ਜਾਊ ਮੁਕਾ ਕੇ ਫਾਸਲਾ ਨਾ ਬੰਨਦਾ ਏ ਭੈਣ ਦੇ ਜੱਗ ਚਲੋ ਚੱਲੀ ਦਾ ਕਾਫਲਾ ਕਰਦਾ ਏ ਮਾਣ ਬਸੰਤ ਦਾ ਦਾ ਚਰਖਾ ਕੱਤ ਕੇ ਪੂਣੀਆਂ ਕਰ ਲੈ ਤੂੰ ਦਾਜ ਤਿਆਰ ਨੀ ਇਹ ਦਰ ਹੈ ਭੈਣਾ ਛੱਡਣਾ ਜਾਣਾ ਪਊ ਅਸਲੀ ਪਾਰ ਨੀ ਬਣ ਕੇ ਸੁਚੱਜੀ ਜਿੰਦੜੀਏ ਬਣ ਕੇ ਸੁਚੱਜੀ ਜਿੰਦੜੀਏ ਲੈ ਸਹੁਰੇ ਘਰ ਵਿੱਚ ਦਾਖਲਾ ਨਾ ਬੰਨਦਾ ਏ ਭੈਣ ਦੇ ਜੱਗ ਚਲੋ ਚੱਲੀ ਦਾ ਕਾਫਲਾ ਕਰਦਾ ਏ ਮਾਣ ਬਸੰਤ ਦਾ ਫੁੱਲਾਂ ਦੇ ਵਾਂਗਰ ਸੋਹਣਿਆ ਛੋਟੀ ਜੀ ਤੇਰੀ ਜ਼ਿੰਦਗੀ ਬੰਦੇ ਨੂੰ ਬੰਦਾ ਸਮਝ ਲੈ ਇਹੋ ਹੈ ਤੇਰੀ ਬੰਦਗੀ ਢੇਰ ਔਖਾ ਪਦ ਇਸ ਵਾਟ ਦਾ ਢੇਰ ਔਖਾ ਪਦ ਇਸ ਵਾਟ ਦਾ ਹੋ ਕੇ ਪੱਕੇ ਪੈਰੀ ਨਾਪ ਲਾ ਨਾ ਬੰਨਦਾ ਏ ਭੈਣ ਦੇ ਜੱਗ ਚਲੋ ਚੱਲੀ ਦਾ ਕਾਫਲਾ ਕਰਦਾ ਏ ਮਾਣ ਬਸੰਤ ਦਾ ਪਤ ਝੜ ਵੀ ਆਉਣੀ ਗਾਫਲਾ ਨਾ ਬੰਨਦਾ ਏ ਭੈਣ ਦੇ ਜੱਗ ਚਲੋ ਚੱਲੀ ਦਾ ਕਾਫਲਾ ਕਰਦਾ ਏ ਮਾਣ ਬਸੰਤ ਦਾ ਵਾਹ ਜੀ ਵਾਹ ਬਹੁਤ ਸੋਹਣਾ ਜੀ ਬੜੇ ਵਧੀਆ ਜਿਹੜੀ ਹੈ ਉਹ ਕਵਿਤਾ ਸਾਨੂੰ ਹੇਰ ਸਾਹਿਬ ਹੋਰਾਂ ਨੇ ਸੁਣਾਈ ਤੇ ਅੱਜ ਅਸੀਂ ਸੁਣ ਰਹੇ ਹਾਂ ਸਰਦਾਰ ਪਰਵਿੰਦਰ ਸਿੰਘ ਜੀ ਹੇਰ ਹੋਣਾ ਤੋਂ ਉਹਨਾਂ ਦੀਆਂ ਕਵਿਤਾਵਾਂ ਰੇਡੀਓ ਖੁਸ਼ੀ 90.4 FM ਤੇ ਦੋਸਤੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਫਿਰ ਲੌਟ ਕੇ ਵਾਪਸ ਆ ਰਹੇ ਹਾਂ ਕਰਾਂਗੇ ਖੂਬ ਸਾਰੀਆਂ ਗੱਲਾਂ ਸਰਦਾਰ ਪਰਵਿੰਦਰ ਸਿੰਘ ਜੀ ਹੇਰ ਦੇ ਨਾਲ ਔਰ ਸੁਣਾਂਗੇ ਉਹਨਾਂ ਦੀਆਂ ਹੋਰ ਵਧੀਆ ਪਿਆਰੀਆਂ ਇਹ ਕਵਿਤਾਵਾਂ A residential school for boys and girls with modern infrastructure and state-of-art facility is managed by a group of global visionaries, nurturing your child to be the extraordinary by focusing on blended learning, professional training, sports and adventure, flip classes along with e-learning and latest teaching methodology. A citadel of knowledge and spiritual growth. GNFCS, building future leaders to transform the world, rising with the dawn, reaching out into new horizons. रेडियो खुशी वॉइस उत्तराखंड की रेडियो खुशी आए हैं हम सुनाने खुशियों के तराने ट्यून इन टू FM रेडियो खुशी 90.4 FM रेडियो खुशी ਆਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਰੇਡੀਓ ਖੁਸ਼ੀ 90.4 FM ਤੇ ਅੱਜ ਤੁਸੀਂ ਸੁਣ ਰਹੇ ਹੋ ਸਰਦਾਰ ਪਰਵਿੰਦਰ ਸਿੰਘ ਜੀ ਹੇਰ
ਮੁੰਬਈ ਵਾਲਿਆਂ ਦੀਆਂ ਕਵਿਤਾਵਾਂ ਤੇ ਅਸੀਂ ਕਰ ਰਹੇ ਹਾਂ ਉਹਨਾਂ ਦੇ ਨਾਲ ਖੂਬ ਸਾਰੀਆਂ ਗੱਲਾਂ। ਤੇ ਪਰਵਿੰਦਰ ਸਿੰਘ ਜੀ, ਰੇਡੀਓ ਖੁਸ਼ੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਅੱਜ ਤੁਸੀਂ ਬੜਾ ਰੰਗ ਬੰਨਿਆ ਹੋਇਆ ਹੈ ਔਰ ਜੋ ਤੁਹਾਡੀਆਂ ਇਹ ਕਵਿਤਾਵਾਂ ਨੇ ਰੀਅਲੀ ਦਿਲ ਦੇ ਅੰਦਰ ਉਤਰ ਰਹੀਆਂ ਔਰ ਸਾਰੇ ਹੀ ਸਰੋਤੇ ਆ ਜਿਹੜੇ ਉਹ ਇਹਨਾਂ ਕਵਿਤਾਵਾਂ ਦੇ ਨਾਲ ਮੰਤਰਮੁਗਧ ਨੇ। ਤੇ ਸਰ, ਹੁਣ ਅਸੀਂ ਇੱਕ ਗੱਲ ਕਰਦੇ ਹਾਂ, ਇਨਸਾਨ ਹੈ ਜਿਹੜਾ ਇਹਦੇ ਵਿੱਚ ਇੰਨੀਆਂ ਵੰਡੀਆਂ ਕਿਉਂ? ਕਿਉਂਕਿ ਤੁਸੀਂ ਇਹ ਮਹਿਸੂਸ ਕੀਤਾ, ਤੁਸੀਂ ਕਿਹਾ ਵੀ ਕਿ ਅਸੀਂ ਜਿਹੜਾ ਪਹਿਲਾਂ ਇਨਸਾਨ ਬਣ ਜਾਓ, ਹਿੰਦੂ ਮੁਸਲਮਾਨ ਬਾਅਦ 'ਚ ਬਣ ਲੈਣਾ, ਔਰ ਵਾਕਿਆ ਹੀ ਇਹ ਅਸੀਂ ਬੜਾ ਵੱਡਾ ਜਿਹੜਾ ਹੈ ਉਹ ਸੰਤਾਪ ਹੰਢਾ ਰਹੇ ਹਾਂ। ਧਰਮਾਂ ਦੇ ਨਾਮ ਤੇ ਲੜਾਈਆਂ, ਜਾਤਾਂ ਦੇ ਨਾਮ ਤੇ ਲੜਾਈਆਂ, ਭਾਸ਼ਾ ਦੇ ਨਾਮ ਤੇ ਲੜਾਈਆਂ, ਔਰ ਇਹ ਲੜਾਈਆਂ ਕਿਸੇ ਵੀ ਕਵੀ ਦੇ ਹਿਰਦੇ ਨੂੰ ਜਿਹੜਾ ਹੈ ਉਹ ਠੇਸ ਪਹੁੰਚਾਉਂਦੀਆਂ ਹੈ ਔਰ ਉਹਦੇ ਅੰਦਰੋਂ ਇੱਕ ਹੂਕ ਨਿਕਲਦੀ ਹੈ, ਜਿਹੜੀ ਹੂਕ ਤੁਹਾਡੇ ਅੰਦਰੋਂ ਵੀ ਨਿਕਲੀ ਹੈ। ਔਰ ਇਹਦੇ ਪਿੱਛੇ ਦੀ ਸਟੋਰੀ ਕੀ ਹੈ? ਸਭ ਤੋਂ ਪਹਿਲੇ ਤੇ ਇਹਦੇ ਪਿੱਛੇ ਦੀ ਕਹਾਣੀ ਦੱਸੋ ਜੀ। ਹੈਲੋ ਜੀ, ਤੇ ਅਸੀਂ ਪਰਵਿੰਦਰ ਸਿੰਘ ਜੀ, ਗੁਰੂ ਨਾਨਕ ਨਾਮ ਲੈਵਾ ਸਿੱਖ ਆ ਜੀ ਉਹ ਤੇ ਸਾਡੀ ਜੋ ਵਿਚਾਰਧਾਰਾ ਹੈ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਵਿਚਾਰਧਾਰਾ ਹੈ। ਬਿਲਕੁਲ ਜੀ, ਉਹਨਾਂ ਦੀ ਵਿਚਾਰਧਾਰਾ ਹੈ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜੀਉ। ਬਿਲਕੁਲ। ਪਰ ਦੁੱਖ ਇਸ ਗੱਲ ਦਾ ਹੈ ਕਿ ਅੱਜ ਕੱਲ ਸਾਡੇ ਰਾਜਨੀਤਿਕ ਲੀਡਰ, ਸਾਡੇ ਕੁਝ ਧਰਮ ਦੇ ਵਿੱਚ ਕੱਟੜ ਨਾਂ ਦੇ ਬਾਬਾ ਜੀ ਲੋਕ ਜਿਹੜੇ ਨੇ, ਉਹ ਸਾਨੂੰ ਇਸ ਤਰੀਕੇ ਨਾਲ ਜ਼ਹਿਰ ਫੈਲਾ ਰਹੇ ਨੇ ਧਰਮਾਂ ਦੇ ਨਾਮ ਦੇ ਉੱਤੇ। ਕੁਦਰਤ ਨੇ ਸਾਨੂੰ ਇਨਸਾਨ ਬਣਾਇਆ ਹੈ, ਸਾਡਾ ਲਹੂ ਦਾ ਰੰਗ ਇੱਕੋ ਹੈ, ਕੁਦਰਤ ਨੇ ਰੰਗ ਸਭ ਨੂੰ ਇੱਕ ਬਖਸ਼ੇ ਨੇ, ਪਰ ਅਸੀਂ ਅੱਜ ਰੰਗ ਵੀ ਵੰਡ ਲਏ। ਹਾਂਜੀ, ਬਿਲਕੁਲ। ਖੂਨ ਤਾਂ ਨਹੀਂ ਵੰਡ ਸਕਦੇ ਨਾ ਅਸੀਂ ਆਪਣਾ। ਇਸ ਵੇਲੇ ਇਹ ਜੋ ਜ਼ਹਿਰ ਹੈ ਨਾ ਧਰਮ ਦਾ, ਜੋ ਧਰਮ ਦੇ ਨਾਂ ਤੇ ਫੈਲਾਇਆ ਜਾ ਰਿਹਾ, ਇਹ ਪਰਮਾਣੂ ਬੰਬ ਤੋਂ ਵੀ ਵੱਧ ਖਤਰਨਾਕ ਹੈ। ਪਰਮਾਣੂ ਬੰਬ ਦਾ ਅਸਰ ਇੱਕਦਮ ਖਤਮ ਹੋ ਜਾਏਗਾ, ਲੇਕਿਨ ਇਹ ਜੋ ਜ਼ਹਿਰ ਹੈ ਧਰਮ ਦੇ ਨਾਂ ਤੇ, ਇਹ ਇੰਨਾ ਵੱਧਦਾ ਜਾਵੇਗਾ, ਇਹਨੂੰ ਖਤਮ ਨਹੀਂ ਹੋਣਾ ਚਾਹੀਦਾ। ਅਸੀਂ ਹੈ ਇਨਸਾਨ ਜੀ, ਪਰ ਅਸੀਂ ਅੱਜ ਉਸ ਤੋਂ ਪਹਿਲਾਂ ਬਣ ਗਏ ਹਿੰਦੂ, ਮੁਸਲਮ, ਸਿੱਖ, ਈਸਾਈ। ਤੇ ਜਦੋਂ ਕਿ ਮੇਰਾ ਬਾਬਾ ਨਾਨਕ, ਮੇਰਾ ਗੁਰੂ ਗ੍ਰੰਥ ਸਾਹਿਬ ਦੇ ਇਹੋ ਕਹਿੰਦਾ ਕਿ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ, ਬਾਬਾ ਆਕੇ ਹਾਜੀਆਂ ਸ਼ੁਭ ਅਮਰ ਅਬਲਾ ਬਾਜੋ ਦੋਨੋਂ ਰੋਈ। ਤਾਂ ਇਹ ਬਹੁਤ ਦੁਖਾਂਤ ਹੈ ਇਸ ਵੇਲੇ ਦੁਨੀਆ ਦਾ ਕਿ ਜੋ ਇਹ ਬਿਲਕੁਲ ਦੁਨੀਆ ਤੇ ਹੋ ਰਿਹਾ ਨਹੀਂ ਹੋਣਾ ਚਾਹੀਦਾ, ਕਿਉਂਕਿ ਇਸੇ ਦਾ ਅਸੀਂ ਖਮਿਆਜ਼ਾ ਪਹਿਲਾਂ ਵੀ ਭੁਗਤਿਆ ਹੈ। ਉਸੇ ਕਰਕੇ ਹੀ ਸਾਡੇ ਬਹੁਤ ਸਾਰੇ ਵੀਰ ਜੋ ਅੱਜ ਵੀ ਪਾਕਿਸਤਾਨ 'ਚ ਬੈਠੇ ਆ ਤੇ ਉਹ ਤਰਸ ਰਹੇ ਆ ਸਾਡੇ ਇੱਧਰ ਸਾਨੂੰ ਮਿਲਣ ਲਈ, ਔਰ ਸਾਡੇ ਅੰਦਰ ਵੀ ਇੱਕੋ ਹੀ ਇੱਛਾ ਹੁੰਦੀ ਹੈ ਕਿ ਕਦੋਂ ਉਹ ਦਿਨ ਆਵੇ ਕਿ ਅਸੀਂ ਵੀ ਲਾਹੌਰ, ਨਨਕਾਣਾ ਸਾਹਿਬ, ਪੰਜਾ ਸਾਹਿਬ ਦੇਖੀਏ। ਉਹ ਸਾਰੇ ਦਾ ਸਾਰਾ ਜਿੰਨਾ ਵੀ ਵਰਤਾਰਾ ਵਰਤਿਆ ਉਹ ਸਿਰਫ ਧਰਮਾਂ ਦੇ ਨਾਮ ਤੇ ਭੜਕਾਈ ਗਈ ਹਿੰਸਾ ਦੇ ਵਿੱਚੋਂ ਹੀ ਨਿਕਲਿਆ ਸੀ। ਧਰਮ ਦੇ ਨਾਮ ਤੇ ਜੋ ਚੱਲਦੀ ਹਿੰਸਾ ਹੈ ਉਸੇ ਦੇ ਵਿੱਚੋਂ ਹੀ ਕਿਤੇ ਗੋਧਰਾ ਕਾਂਡ ਵਾਪਰਦਾ ਹੈ, ਕਿਤੇ ਉਸੇ ਦੇ ਵਿੱਚੋਂ ਹੀ ਜਿਹੜਾ ਹੈ ਉਹ ਦਿੱਲੀ 'ਚ 84 ਦੇ ਦੰਗੇ ਹੁੰਦੇ ਆ, ਹੋਰ ਵੀ ਪਤਾ ਨਹੀਂ ਕਿੰਨਾ ਕੁਝ। ਫਿਲਸਤੀਨ ਤੇ ਜਿਹੜਾ ਇਜ਼ਰਾਈਲ ਹੈ ਉਹਦੀ ਵੀ ਅੱਜ ਲੜਾਈ ਧਰਮ ਦੇ ਆਧਾਰ ਤੇ ਚੱਲ ਰਹੀ ਹੈ। ਔਰ ਇਹ ਸਾਰੀਆਂ ਚੀਜ਼ਾਂ ਸਾਡੇ ਵਾਸਤੇ ਬੜੀਆਂ ਹੀ ਦੁਖਦਾਇਕ ਹੁੰਦੀਆਂ ਹੈ ਕਿ ਧਰਮ ਦੇ ਨਾਮ ਤੇ ਇੰਨਾ ਜੋ ਹੋ ਰਿਹਾ ਹੈ ਉਸ ਨੂੰ ਪਹਿਲਾਂ ਤੋਂ ਹੀ ਜਿਹੜਾ ਹੈ ਉਹ ਸਿੱਖੀ ਦੇ ਵਿੱਚ ਕੰਡੈਮ ਕੀਤਾ ਗਿਆ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜਿਸ ਤਰ੍ਹਾਂ ਪਰਮਿੰਦਰ ਸਿੰਘ ਜੀ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਐਸੇ ਵਖਰੇਵਿਆਂ ਤੋਂ ਸਾਨੂੰ ਜਿਹੜਾ ਹੈ ਉੱਪਰ ਉਠਾਇਆ, ਔਰ ਅਜਿਹੇ ਵਖਰੇਵਿਆਂ ਤੇ ਉਹਨਾਂ ਨੇ ਆਵਾਜ਼ ਉਠਾਈ। ਉਹਨਾਂ ਤੋਂ ਹੀ ਮੁਤਾਸਰ ਹੋ ਕੇ ਉਹਨਾਂ ਦੇ ਹੀ ਸੇਵਕ ਪਰਮਿੰਦਰ ਸਿੰਘ ਜੀ ਕੀ ਲਿਖਦੇ ਆ, ਕੀ ਬੋਲਦੇ ਆ, ਆਓ ਅਸੀਂ ਸੁਣਦੇ ਹਾਂ ਸਰਦਾਰ ਪਰਮਿੰਦਰ ਸਿੰਘ ਜੀ ਹੇਰ ਸਾਹਿਬ ਦੀ ਆਵਾਜ਼ ਦੇ ਵਿੱਚ ਹੀ। ਤੇ ਸਰ ਫਿਰ ਹੋ ਜਾਵੇ ਇਹ ਵੀ ਕਵਿਤਾ, ਮੈਨੂੰ ਲੱਗਦਾ ਹੈ ਕਿ ਤੁਹਾਡਾ ਗਲਾ ਜ਼ਰੂਰ ਥੱਕ ਗਿਆ ਹੋਵੇਗਾ ਕਿਉਂਕਿ ਖੰਗੂਰੇ ਦੱਸਦੇ ਆ, ਪਰ ਇਸ ਵੇਲੇ ਜੋ ਤੁਸੀਂ ਆਨੰਦ ਬੰਨਿਆ ਹੋਇਆ ਨਾ, ਅਜੇ ਥੋੜਾ ਜਿਹਾ ਅਸੀਂ ਤੁਹਾਡੀ ਸੇਵਾ ਹੋਰ ਲਵਾਂਗੇ ਤੇ ਤੁਸੀਂ ਇਹ ਕਵਿਤਾ ਫਿਰ ਬਖਸ਼ਿਸ਼ ਕਰ ਦਿਓ ਜੀ। ਭਾਜੀ ਕਵੀ ਦਾ ਉਦੇਸ਼ ਹੁੰਦਾ ਹੈ ਕਿ ਸੱਚ ਦਾ ਹੋਕਾ ਦੇਣਾ, ਤੇ ਮੈਂ ਇਹ ਕਵਿਤਾ ਲਿਖੀ ਹੈ ਕਿ ਹਿੰਦੂ ਮੁਸਲਮ ਫੇਰ ਬਣਾਂਗੇ, ਪਹਿਲਾਂ ਬਣ ਜਾ ਬੰਦਾ। ਵਾਹ ਜੀ ਜੀ, ਪੇਸ਼ ਹੈ ਆਪਦੀ ਸੇਵਾ ਦੇ ਵਿੱਚ। ਮਿਹਰਬਾਨੀ। ਹਿੰਦੂ ਮੁਸਲਮ ਫੇਰ ਬਣਾਂਗੇ, ਪਹਿਲਾਂ ਬਣ ਜਾ ਬੰਦਾ, ਹਿੰਦੂ ਮੁਸਲਮ ਫੇਰ ਬਣਾਂਗੇ, ਪਹਿਲਾਂ ਬਣ ਜਾ ਬੰਦਾ, ਉਹ ਸ਼ੁਭ ਕਰਮਾਂ ਦੀ ਖਾਤਰ ਬਣਿਆ ਧਰਮ ਬਣਾ ਲਿਆ ਧੰਦਾ,
ਹਿੰਦੂ ਮੁਸਲਮ ਫੇਰ ਬਣਾਂਗੇ, ਪਹਿਲਾਂ ਬਣ ਜਾ ਬੰਦਾ, ਪਹਿਲਾਂ ਬਣ ਜਾ ਬੰਦਾ। ਕਾਦਰ ਦੀ ਕੁਦਰਤ ਵਿੱਚ ਬੰਦਿਆ ਨਾ ਜਾਤਾਂ ਨਾ ਪਾਤਾਂ, ਧਰਮ ਦੇ ਠੇਕੇਦਾਰਾਂ ਵੰਡੀਆਂ ਨਫ਼ਰਤ ਦੀਆਂ ਸੁਗਾਤਾਂ, ਧਰਮ ਦੇ ਠੇਕੇਦਾਰਾਂ ਵੰਡੀਆਂ ਨਫ਼ਰਤ ਦੀਆਂ ਸੁਗਾਤਾਂ। ਓਏ ਅੱਲਾ ਰਾਮ ਵਾਹਿਗੁਰੂ ਇੱਕੋ ਮਾਲਕ ਦਿਆ ਫਰਜ਼ੰਦਾ, ਹਿੰਦੂ ਮੁਸਲਮ ਫੇਰ ਬਣਾਂਗੇ, ਪਹਿਲਾਂ ਬਣ ਜਾ ਬੰਦਾ, ਪਹਿਲਾਂ ਬਣ ਜਾ ਬੰਦਾ। ਕਿਧਰੇ ਕਾਲਾ ਕਿਧਰੇ ਭਗਵਾ, ਕਿਤੇ ਚਿੱਟਾ ਤੇ ਹਰਿਆ, ਰੰਗਾਂ ਦੇ ਵਿੱਚ ਵੰਡਤਾ ਜਿਸਨੇ ਕੁਦਰਤ ਵਿੱਚ ਰੰਗ ਭਰਿਆ। ਕਿਧਰੇ ਕਾਲਾ ਕਿਧਰੇ ਭਗਵਾ, ਕਿਤੇ ਚਿੱਟਾ ਤੇ ਹਰਿਆ, ਰੰਗਾਂ ਦੇ ਵਿੱਚ ਵੰਡਤਾ ਜਿਸਨੇ ਕੁਦਰਤ ਵਿੱਚ ਰੰਗ ਭਰਿਆ। ਓ ਮਾਲਕ ਦੇ ਰੰਗ ਮਾਲਕ ਜਾਣੇ, ਜੋ ਹਰ ਤਾਵਰ ਤੰਦਾ, ਹਿੰਦੂ ਮੁਸਲਮ ਫੇਰ ਬਣਾਂਗੇ, ਪਹਿਲਾਂ ਬਣ ਜਾ ਬੰਦਾ, ਪਹਿਲਾਂ ਬਣ ਜਾ ਬੰਦਾ। ਸਾਂਝਾ ਸੂਰਜ ਅਤੇ ਚੰਦਰਮਾ, ਸਾਂਝਾ ਪੌਣ ਤੇ ਪਾਣੀ, ਇੱਕੋ ਰੰਗ ਦਾ ਖੂਨ ਹੈ ਸਭ ਦਾ, ਜਿੰਨੇ ਜਗ ਤੇ ਪ੍ਰਾਣੀ। ਓ ਸਾਂਝਾ ਸੂਰਜ ਅਤੇ ਚੰਦਰਮਾ, ਸਾਂਝਾ ਪੌਣ ਤੇ ਪਾਣੀ, ਇੱਕੋ ਰੰਗ ਦਾ ਖੂਨ ਹੈ ਸਭ ਦਾ, ਜਿੰਨੇ ਜਗ ਤੇ ਪ੍ਰਾਣੀ। ਉਹ ਘਟ ਘਟ ਦੇ ਵਿੱਚ ਇੱਕੋ ਵਸਦਾ, ਖੁਦਾ ਵੰਦ ਬਖਸ਼ੰਦਾ, ਹਿੰਦੂ ਮੁਸਲਮ ਫੇਰ ਬਣਾਂਗੇ, ਪਹਿਲਾਂ ਬਣ ਜਾ ਬੰਦਾ, ਪਹਿਲਾਂ ਬਣ ਜਾ ਬੰਦਾ। ਕਰ ਲੈ ਕੰਮ ਨੇਕੀ ਦੇ ਬੰਦਿਆ, ਛੱਡ ਦੇ ਤੇਰੀ ਮੇਰੀ, ਕਰ ਲੈ ਕੰਮ ਨੇਕੀ ਦੇ ਬੰਦਿਆ, ਛੱਡ ਦੇ ਤੇਰੀ ਮੇਰੀ। ਓਏ ਇੱਕੋ ਧਰਤੀ ਵਿੱਚ ਸਮਾਉਣਾ, ਬਣ ਕੇ ਖਾਕ ਦੀ ਢੇਰੀ, ਇੱਕੋ ਧਰਤੀ ਵਿੱਚ ਸਮਾਉਣਾ, ਬਣ ਕੇ ਖਾਕ ਦੀ ਢੇਰੀ। ਉਹ ਜਿਸ ਦਿਨ ਸਭ ਦੇ ਗਲ ਵਿੱਚ ਪਾਉਣਾ, ਮਲਕਲ ਮੌਤ ਨੇ ਫੰਦਾ, ਹਿੰਦੂ ਮੁਸਲਮ ਫੇਰ ਬਣਾਂਗੇ, ਪਹਿਲਾਂ ਬਣ ਜਾ ਬੰਦਾ, ਪਹਿਲਾਂ ਬਣ ਜਾ ਬੰਦਾ। ਧਰਮ ਦੇ ਨਾਂ ਤੇ ਨੇਤਾ ਖਾ ਗਏ ਲੁੱਟ ਕੇ ਦੇਸ਼ ਪਿਆਰਾ, ਆ ਫਿਰ ਬਾਬਾ ਨਾਨਕ ਲਾ ਦੇ ਸਤ ਕਰਤਾਰ ਦਾ ਨਾਰਾ, ਆਇਆ ਫਿਰ ਬਾਬਾ ਨਾਨਕ ਲਾ ਦੇ ਸਤ ਕਰਤਾਰ ਦਾ ਨਾਰਾ। ਓਏ ਅੰਤ ਹੇਰ ਨੂੰ ਪਿਆ ਖੋਲਣਾ, ਮੂੰਹ ਤੋਂ ਚੁੱਪਦਾ ਜਾਂਦਾ, ਹਿੰਦੂ ਮੁਸਲਮ ਫੇਰ ਬਣਾਂਗੇ, ਪਹਿਲਾਂ ਬਣ ਜਾ ਬੰਦਾ। ਸ਼ੁਭ ਕਰਮਾਂ ਦੀ ਖਾਤਰ ਬਣਿਆ ਧਰਮ, ਬਣਾ ਲਿਆ ਧੰਦਾ, ਹਿੰਦੂ ਮੁਸਲਮ ਫੇਰ ਬਣਾਂਗੇ, ਪਹਿਲਾਂ ਬਣ ਜਾ ਬੰਦਾ, ਪਹਿਲਾਂ ਬਣ ਜਾ ਬੰਦਾ, ਪਹਿਲਾਂ ਬਣ ਜਾ ਬੰਦਾ। ਵਾਹ ਜੀ ਵਾਹ, ਬਹੁਤ ਵਧੀਆ ਹੇਰ ਸਾਹਿਬ, ਬਹੁਤ ਹੀ ਚੰਗਾ ਲੱਗਾ ਕਿ ਤੁਸੀਂ ਇਸ ਜੋ ਸਾਰੀਆਂ ਕਵਿਤਾਵਾਂ ਸੁਣਾਈਆਂ ਨੇ, ਔਰ ਇੰਨੇ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਜਿਹੜਾ ਇਹ ਸੇਵਾ ਕੀਤੀ ਹੈ। ਤੇ ਸਰ ਹੁਣ ਸਾਡਾ ਸਮਾਂ ਹੋ ਗਿਆ ਹੈ ਸੰਗਤ ਤੋਂ ਇਜਾਜ਼ਤ ਲੈਣ ਦਾ, ਔਰ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਹੈ ਕਿ ਰਾਤ ਨੂੰ 9 ਵਜੇ ਤੇ ਕੱਲ੍ਹ ਤੁਸੀਂ 11 ਵਜੇ ਫਿਰ ਇਹ ਸ਼ੋਅ ਰੇਡੀਓ ਖੁਸ਼ੀ 'ਤੇ ਸੁਣ ਸਕਦੇ ਹੋ, ਔਰ ਹੇਰ ਸਾਹਿਬ ਦੀਆਂ ਇਹਨਾਂ ਕਵਿਤਾਵਾਂ ਦਾ ਆਨੰਦ ਤੁਸੀਂ ਰੇਡੀਓ ਖੁਸ਼ੀ 'ਤੇ ਦੁਬਾਰਾ ਫਿਰ ਮਾਣ ਸਕਦੇ ਹੋ। ਤੇ ਸਰ ਹੁਣ ਸਾਡਾ ਸਮਾਂ ਹੋ ਚੱਲਿਆ ਹੈ ਇਜਾਜ਼ਤ ਲੈਣ ਦਾ, ਤੇ ਜਾਂਦਿਆਂ ਜਾਂਦਿਆਂ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਲਿਸਨਰਸ ਨੂੰ? ਤਾਂ ਜਾਂਦਿਆਂ ਜਾਂਦਿਆਂ ਮੈਂ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਆਪ ਦਾ ਧੰਨਵਾਦ, ਜਿਨ੍ਹਾਂ ਨੇ ਰੇਡੀਓ ਖੁਸ਼ੀ ਦੇ ਰੱਬ ਵਰਗੇ ਸਰੋਤਿਆਂ ਨਾਲ ਮੈਨੂੰ ਜੋੜਿਆ। ਦੂਸਰੇ ਆਓ ਸਾਰੇ ਆਪਾਂ ਹੱਥ ਜੋੜ ਕੇ ਆ ਜੋ ਆਫਤ ਆਈ ਹੈ ਅਰਦਾਸ ਕਰਕੇ, ਹੇ ਮਾਲਕਾ ਸਾਰਿਆਂ ਤੇ ਕਿਰਪਾ ਕਰ, ਮਹਾਰਾਜ ਸਭ ਨੂੰ ਇਹ ਜੋ ਚੜ੍ਹਦੀ ਕਲਾ ਵਿੱਚ ਰੱਖ, ਇਹ ਜੋ ਆਫਤ ਆਈ ਹੈ ਗੁਰੂ ਮਹਾਰਾਜ ਦੂਰ ਕਰ ਸਭ ਦੀ। ਇਸ ਦੇ ਨਾਲ ਹੀ ਰੇਡੀਓ ਖੁਸ਼ੀ ਦੇ ਸਾਰੇ ਸਰੋਤਿਆਂ ਦਾ, ਵੀਰ ਜੀ ਆਪ ਦਾ ਜੀ ਵੀ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦੋਸਤੋ ਰੇਡੀਓ ਖੁਸ਼ੀ 90.4 FM ਤੇ ਮੇਰੇ ਨਾਲ ਤੁਸੀਂ ਸੁਣ ਰਹੇ ਸੀ ਸਰਦਾਰ ਪਰਵਿੰਦਰ ਸਿੰਘ ਜੀ ਹੇਰ ਸਾਹਿਬ ਨੂੰ, ਜੋ ਕਿ ਦਿੱਲੀ CBD ਮੁੰਬਈ ਦੇ ਵਿੱਚ ਰਹਿੰਦੇ ਨੇ,
ਔਰ ਬਹੁਤ ਹੀ ਸੋਹਣੀਆਂ ਕਵਿਤਾਵਾਂ ਦੇ ਨਾਲ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ। ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਜਦ ਅਸੀਂ ਇਹਨਾਂ ਨੂੰ ਯਾਦ ਕਰਾਂਗੇ ਇਸੇ ਤਰ੍ਹਾਂ ਹੀ ਇਹ ਸਾਡੇ ਨਾਲ ਆਪਣੇ ਵਿਚਾਰਾਂ ਦੀ ਤੇ ਆਪਣੀਆਂ ਕਵਿਤਾਵਾਂ ਦੀ ਜ਼ਰੂਰ ਸਾਂਝ ਪਾਉਂਦੇ ਰਹਿਣਗੇ। ਕੱਲ੍ਹ ਨੂੰ ਮੈਂ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗਾ। ਤਦ ਤੱਕ ਲਈ ਦਿਓ ਇਜਾਜ਼ਤ ਆਪਣੇ ਡਿਵਾਈਨ ਤੇ ਦਿਲਦਾਰ ਆਰਜੇ ਗੁਰਵੇਲ ਸਿੰਘ ਨੂੰ। ਗੁਣਗੁਣਾਤੇ ਰਹੋ ਰੇਡੀਓ ਖੁਸ਼ੀ 90.4 FM। ਗੁੱਡ ਬਾਏ, ਟਾਟਾ, ਰੱਬ ਰੋ।